इस वेले असी राजपुरा दे ब्लू लाइन इमीग्रेशन ते पहुंचे हैं। थोड़े दिन पहला एक इमीग्रेशन वालियां दी संस्था बनाई गई सीगी। संस्था इस करके बनाई जाती है कि लोगों को कई दिक्कतां परेशानियां आंदियां। सब तो ज़्यादा पैसा कमाने वाली जड़ी हैगी ਉਹ ਇਹੀ ਬਿਜ਼ਨਸ ਰਹਿ ਗਿਆ, ਇਮੀਗ੍ਰੇਸ਼ਨ ਦਾ ਦਫ਼ਤਰ ਖੋਲ ਲਓ। ਮੇਰੇ ਕੋਲ ਵੀ ਕਈ ਹੁੰਦੇ ਸੀਗੇ ਕਲਾਇੰਟਸ ਜਿਵੇਂ ਮੇਰੇ ਕੋਲ ਆ ਰਹੇ ਨੇ ਤੇ ਉਹਨਾਂ ਦੀ ਖੁਦ ਦੀ ਕੰਪਲੇਂਟ ਸੀਗੀ ਤੇ ਕਈ ਵਾਰ ਇਦਾਂ ਵੀ ਲੱਗਿਆ ਵੀ ਆਪਣੇ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਸਾਰੇ ਹੀ ਮਾੜੇ ਨਹੀਂ ਗਏ। ਤੁਸੀਂ ਇੱਕ ਕਿਹਾ ਹੈਗਾ ਕਿ ਵੀ ਕੁਝ ਚੰਗੇ ਬੰਦੇ ਵੀ ਹੁੰਦੇ ਆ ਤੇ ਕੁਝ ਮਾੜੇ ਬੰਦੇ ਵੀ ਹੁੰਦੇ ਆ। ਤੁਹਾਨੂੰ ਪਤਾ ਹੈ ਕਿ ਆਪਣੇ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਕਿਹੜੇ ਕਿਹੜੇ ਚੰਗੇ ਹੈ ਤੇ ਕਿਹੜੇ ਕਿਹੜੇ ਮਾੜੇ। ਪ੍ਰਦੀਪ ਜੀ ਦੇਖੋ 15 ਸਾਲ ਦੇ ਕੈਰੀਅਰ ਦੇ ਵਿੱਚ ਮੇਰੇ ਇੰਨਾ ਕੁ ਤਾਂ ਕਲਾਇੰਟਾਂ ਨੂੰ ਮੈਂ ਮਿਲ ਹੀ ਚੁੱਕਿਆ ਹੋਊਂਗਾ ਜਿਸ ਤੋਂ ਮੈਨੂੰ ਪਤਾ ਲੱਗ ਜਾਏ ਕਿ ਕਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਤੇ ਕਿਹੜਾ ਬੰਦਾ ਮਾੜਾ ਕੰਮ। ਮੈਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਮਿਲਿਆ ਇੰਡੀਆ 'ਚ, ਜੋ ਤੁਹਾਨੂੰ ਪਤਾ ਹੀ ਹੋਣਾ। ਤੇ ਉਸ ਅਵਾਰਡ ਤੋਂ ਬਾਅਦ ਜਦ ਮੈਂ ਵਾਪਸ ਆਇਆ ਤਾਂ ਮੈਨੂੰ ਚੁਣਿਆ ਗਿਆ ਇਸ ਦੇ ਵਾਸਤੇ ਕਿ ਤੁਸੀਂ ਇਸ ਇਮੀਗ੍ਰੇਸ਼ਨ ਦੇ ਪ੍ਰੋਬਲਮ ਨੂੰ ਠੀਕ ਕਰੋ। ਇਮਾਨਦਾਰੀ ਵਾਲੇ ਬੰਦਿਆਂ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਨਾ ਹੀ ਮੈਂ ਉਹਨਾਂ ਨੂੰ ਦੁਖੀ ਕਰਨਾ ਚਾਹੁੰਦਾ। ਬਟ ਜਿਹੜੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਰਸਤੇ ਸਹੀ ਪਾਣਾ ਹੈ, ਬਿਕੋਜ਼ ਐਪਲੀਕੇਸ਼ਨਸ ਬਹੁਤ ਆ ਰਹੀਆਂ ਨੇ ਰੋਜ਼ ਦੀਆਂ। ਕਿਆ ਤੁਸੀਂ ਜਿਹੜੇ ਚੰਗੇ ਬੰਦੇ ਸੀਗੇ, ਠੀਕ ਹੈ, ਜਿਨ੍ਹਾਂ ਨੇ ਸੰਸਥਾ ਬਣਾਈ ਹੈ, ਕਿਆ ਤੁਸੀਂ ਆਪਸ 'ਚ ਬੈਠ ਕੇ ਇਹ ਨਹੀਂ ਕਰ ਸਕਦੇ ਸੀ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਰਾਜਨੀਤੀ ਆਪਣੇ ਬਿਜ਼ਨਸ 'ਚ ਵਾੜ ਦਿੱਤੀ ਹੈ? ਮੈਂ ਸਵੇਰੇ ਨਾ ਆਪਣੇ ਆਫਿਸ 'ਚ ਆਉਂਦਾ ਸੀ ਲੇਬਰ ਚੌਕ ਤੋਂ ਹੋ ਕੇ, ਉਧਰ 10 ਤੋਂ 15 ਬੰਦੇ ਇੱਕ ਗੱਡੀ ਨੂੰ ਪੈ ਜਾਂਦੇ ਜਦ ਕਿਸੇ ਨੇ ਦਿਹਾੜੀ ਤੇ ਲੈ ਜਾਣਾ ਇੱਕ ਬੰਦਾ। ਤਾਂ ਮੈਂ ਤਾਂ ਉਧਰ ਵੀ ਸੇਵਾ ਕਰ ਰਿਹਾ ਸੀਗਾ, ਜਦ ਸਿੱਧੀ ਦਿਹਾੜਾ ਸੀਗਾ ਤਾਂ ਮੈਂ ਜਿੰਨੇ ਬੰਦਿਆਂ ਦੀ ਹੈਲਪ ਹੋ ਸਕੀ ਉਹ ਕੀਤੀ। ਉਹਦੀ ਕੀ ਲੋੜ ਸੀ? ਮੇਰਾ ਹੁਣ ਸਟਾਫ ਵੀ ਕੋਈ ਮੇਰੇ ਕੋਲ ਆਉਂਦਾ ਤਾਂ ਪਹਿਲਾਂ ਮੈਂ ਉਹਦਾ ਦਿਲ ਚੈੱਕ ਕਰਦਾ ਨਾ ਕਿੰਨਾ ਮਦਦਗਾਰ ਹੈ, ਕਿਉਂਕਿ ਇਮੀਗ੍ਰੇਸ਼ਨ ਇੱਕ ਇਹੋ ਜਿਹਾ ਫੀਲਡ ਹੈਗਾ ਵੀ ਜਿਹਦੇ 'ਚ ਆਪਾਂ ਜੇ ਕਿਸੇ ਦੀ ਹੈਲਪ ਨਾ ਕਰਨਾ ਚਾਹਣ ਵਾਲਾ ਹੋਈਏ ਨਾ ਆਪਾਂ ਉਹਦੀ ਠੱਗੀ ਮਾਰਾਂਗੇ। ਮੈਂ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਣਾ ਚਾਹੁੰਦਾ। ਮੈਂ ਉਦੋਂ ਵੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕੀਤੀ ਸੀ, 11 ਕਮੇਟੀ ਦੇ ਮੈਂਬਰ ਨਹੀਂ ਚਾਹੀਦੇ ਮੈਨੂੰ ਸਾਰੇ ਇਮੀਗ੍ਰੇਸ਼ਨ ਦੇ ਮੈਂਬਰ ਕਮੇਟੀ ਚਾਹੀਦੇ ਨੇ, ਤਾਂ ਕਿ ਜੇ ਉਹਨਾਂ ਦੀ ਵੀ ਕੋਈ ਦਿੱਕਤ ਹੈ ਤਾਂ ਮੈਂ ਉਹ ਵੀ ਦੂਰ ਕਰ ਸਕਾਂ। ਬਟ ਇੱਕ ਚੀਜ਼, ਕੋਈ ਚੰਗਾ ਹੋਵੇ ਭਾਵੇਂ ਕੋਈ ਮਾੜਾ ਹੋਵੇ, ਮਾੜਾ ਨਹੀਂ, ਨਾ 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 ਨਾ। ਫਿਰ ਉਹ ਤੁਸੀਂ ਕਿੱਦਾਂ ਡਿਸਾਈਡ ਕਰੋਗੇ ਕਿ ਵੀ ਤੁਹਾਨੂੰ ਕਹਿ ਦੋਗੇ ਕਿ ਤੂੰ ਤਾਂ ਮਾੜਾ ਆ, ਤੇਰੀ ਤਾਂ ਸ਼ਿਕਾਇਤ ਆ ਰਹੀ ਹੈ, ਤੂੰ ਤੈਨੂੰ ਨਹੀਂ। ਪ੍ਰਦੀਪ ਜੀ ਤੁਹਾਨੂੰ ਪ੍ਰੈਸ ਦਾ ਕੰਮ ਕਰਦੇ ਹੋ ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਏ 12 ਤੇ ਤੁਹਾਨੂੰ ਇੰਨਾ ਨਹੀਂ ਪਤਾ ਕਿ ਕਿਹੜਾ ਚੰਗਾ ਕਿਹੜਾ ਮਾੜਾ? ਮੈਨੂੰ 15 ਸਾਲ ਹੋ ਗਏ ਤਾਂ ਮੈਨੂੰ ਨਹੀਂ ਪਤਾ ਲੱਗ ਕਿਹੜਾ ਚੰਗਾ ਕਿਹੜਾ ਮਾੜਾ। ਮੇਰੀ ਸੰਸਥਾ 'ਚ ਨਹੀਂ ਹੈ। ਜਦ ਇਮਾਨਦਾਰ ਬੰਦੇ ਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਮੰਚ ਹੈ ਆਪਣੇ ਵਾਸਤੇ ਹੀ ਬਣਿਆ ਤੇ ਆਪਣੀ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਬਣਿਆ, ਤਾਂ ਤੁਸੀਂ ਵੀ ਆਓਗੇ ਤਾਂ ਦੂਜੇ ਵੀ ਆਣਗੇ ਜਿਹੜੇ ਇਮਾਨਦਾਰ। ਅੱਛਾ, ਇਨ ਕੇਸ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜਿਹਦਾ ਵੀਜ਼ਾ ਨਹੀਂ ਲੱਗਿਆ ਜਾਂ ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ, ਉਹਦੇ ਲਈ ਨਾਲ ਵੀ ਤੁਸੀਂ ਖੜੋਗੇ ਕਿ ਤੁਸੀਂ ਆਪਣੇ ਬੰਦੇ ਨਾਲ ਖੜੋਗੇ? ਇੱਕ ਮੈਂ ਬਹੁਤ ਕਲੀਅਰ ਗੱਲ ਚੱਲਣਾ ਚਾਹਾਂਗਾ, ਮੇਰੇ ਵਾਸਤੇ ਜੋ ਮੈਨੂੰ ਡਾਇਰੈਕਸ਼ਨਸ ਨੇ ਤੇ ਮੈਂ ਜੋ ਸੋਚ ਰਿਹਾ ਹੈਗਾ, ਡਾਇਰੈਕਸ਼ਨ ਕਿਹਦੇ ਵੱਲੋਂ? ਡਾਇਰੈਕਸ਼ਨਸ ਜੀ ਦੇਖੋ ਆਮ ਆਦਮੀ ਪਾਰਟੀ ਵੱਲੋਂ ਹੀ ਹੈ। ਹੁਣ ਮੈਂ ਇਸ ਨੂੰ ਕੀ ਲੁਕਾਵਾਂ, ਸਿੱਧੀ ਜੀ ਗੱਲ। ਰਾਜਨੀਤੀ ਆ ਗਈ ਮਤਲਬ? ਨਹੀਂ, ਰਾਜਨੀਤੀ ਵੱਲੋਂ ਹੀ ਪ੍ਰੇਰਿਤ ਹੋ ਕੇ ਆਪਾਂ ਰਾਜਪੁਰੇ ਨੂੰ ਸਹੀ ਕਰਨ ਦੇ ਵਿੱਚ। ਦੀਪਕ ਜੀ, ਗੱਲ ਇਹ ਹੈ ਤੁਹਾਡੇ ਬਿਜ਼ਨਸ ਦਾ ਤੁਹਾਨੂੰ ਜ਼ਿਆਦਾ ਪਤਾ ਹੈ, ਨਾ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ। ਡਾਇਰੈਕਸ਼ਨ ਤੁਸੀਂ ਉਹਨਾਂ ਤੋਂ ਲੈ ਰਹੇ ਹੋ, ਠੀਕ ਹੈ, ਉਹਨਾਂ ਨੂੰ ਜਦ ਤੁਹਾਡੇ ਬਿਜ਼ਨਸ ਦਾ ਹੀ ਨਹੀਂ ਪਤਾ ਤੇ ਹੋ ਸਕਦਾ ਕਿ ਉਹ ਗਲਤ ਡਾਇਰੈਕਸ਼ਨ ਵੀ ਦੇ ਦੇਣ ਤੁਹਾਨੂੰ। ਬਿਲਕੁਲ ਜੀ। ਫਿਰ ਤਾਂ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ, ਪ੍ਰਦੀਪ ਜੀ ਵੋਟਾਂ ਕਿਸਨੇ ਪਾਈਆਂ? ਅਸੀਂ ਭਾਈ ਨੇ, ਅਸੀਂ ਪਾਈਆਂ। ਤੁਸੀਂ ਭਗਵੰਤ ਮਾਨ ਨੂੰ ਜਿਹਨੂੰ ਜਿਤਾਇਆ? ਅਸੀਂ ਉਹਨਾਂ ਨੂੰ ਰਾਜਪੁਰੇ ਦੇ ਕੰਮ ਕਰਨ ਲਈ ਬਿਲਕੁਲ ਵੋਟਾਂ ਪਾਈਆਂ ਸੀ, ਨਾ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਸਾਨੂੰ ਇਮੀਗ੍ਰੇਸ਼ਨ ਬਾਰੇ ਦੱਸੋ, ਕਿਹੜਾ ਇਮੀਗ੍ਰੇਸ਼ਨ ਵਾਲਾ ਵਧੀਆ ਤੇ ਅਸੀਂ ਉਹਦੇ ਥਰੂ ਬਾਹਰ ਜਾਈਏ। ਕੋਈ ਵੀ ਐਮਐਲਏ ਹੈ ਉਸ ਕੋਲ ਇੰਨਾ ਟਾਈਮ ਨਹੀਂ ਹੈ ਕਿ 12 14 ਐਪਲੀਕੇਸ਼ਨ ਹਰ ਰੋਜ਼ ਦੀ ਸੁਣੇ, ਕਿਉਂਕਿ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਕਿਸ ਦੀ ਸਟੋਰੀ ਖਤਮ ਨਹੀਂ ਹੁੰਦੀ, ਭਾਵੇਂ ਡਰਾਮਾ ਹੈ ਭਾਵੇਂ ਸੱਚਾਈ ਹੈ। ਤੇ ਇੰਨਾ 7-8 ਘੰਟੇ ਕੌਣ ਐਮਐਲਏ ਦੇ ਸਕਦਾ ਹੈ? ਸਾਡੇ ਕੰਮ ਦੇ ਵਿੱਚ ਸਾਨੂੰ ਪਤਾ ਕਿ ਕਿਹੜੇ ਤਰੀਕੇ ਨਾਲ ਫਾਈਲ ਲੱਗਦੀ ਹੈ, ਕਿਹੜੇ ਤਰੀਕੇ ਨਾਲ ਪੈਸੇ ਜਾਂਦੇ ਨੇ, ਕਿਹੜੇ ਤਰੀਕੇ ਨਾਲ ਕੋਈ ਕੰਮ ਹੁੰਦੇ ਨੇ। ਇਹੀ ਤਾਂ ਗੱਲ ਮੈਂ ਕਹਿ ਰਿਹਾ, ਇਹ ਤੁਹਾਨੂੰ ਪਤਾ ਹੈ ਨਾ। ਬਿਲਕੁਲ। ਡਾਇਰੈਕਸ਼ਨ ਤੁਸੀਂ ਉਧਰੋਂ ਲੈ ਰਹੇ ਹੋ। ਨਹੀਂ ਡਾਇਰੈਕਸ਼ਨ, ਹਾਂ ਬਿਲਕੁਲ। ਤਾਂ ਡਾਇਰੈਕਸ਼ਨ ਕੀ ਹੈਗੀ ਹੈ ਕਿ ਭਗਵੰਤ ਮਾਨ, ਤੁਸੀਂ ਨਾ ਇਸ ਨੂੰ ਬਹੁਤ ਕਨਫਿਊਜ਼ ਕਰ ਰਹੇ ਹੋ ਵੀ ਆਪਾਂ ਜਦ ਵੀ ਕੰਪੀਟੀਸ਼ਨ ਚਾਹੁੰਦੇ ਆ ਤਾਂ ਆਪਾਂ ਇਹ ਕਹਿੰਦੇ ਵੀ ਦੂਜੇ ਦਾ ਸਮਾਨ ਤਾਂ ਵਧੀਆ ਨਹੀਂ ਪਿਆ, ਮੇਰੀ ਦੁਕਾਨ 'ਚ ਸਮਾਨ ਵਧੀਆ ਪਿਆ।
ਮੈਂ ਜੇ ਪ੍ਰਧਾਨ ਬਣਿਆ ਕਿਸੇ ਨੂੰ ਦੱਬਣ ਵਾਸਤੇ ਨਹੀਂ ਬਣਿਆ, ਮੈਂ ਪ੍ਰਧਾਨ ਬਣਿਆ ਇਸ ਚੀਜ਼ ਨੂੰ ਠੀਕ ਕਰਨ ਵਾਸਤੇ, ਤੇ ਇਹ ਮੈਂ ਪੱਕਾ ਹੀ ਕਰਾਂਗਾ। ਨੰਬਰ 1 ਦੇ ਬੋਰਡਸ ਬਹੁਤ ਲੱਗੇ ਹੋਏ ਰਾਜਪੁਰੇ ਦੇ ਵਿੱਚ, ਤੇ ਤੁਹਾਨੂੰ ਵੀ ਪਤਾ ਤਾਂ ਮੈਨੂੰ ਵੀ ਪਤਾ ਹੈ। ਹੁਣ ਇੱਕ ਮੈਨੂੰ ਦੱਸੋ, 2 ਕੰਪਨੀਆਂ ਕਿਵੇਂ ਨੰਬਰ 1 ਹੋ ਸਕਦੀਆਂ? ਵੱਡਾ ਕੌਣ ਹੈ ਕੌਣ ਨਹੀਂ ਉਹ ਬਾਅਦ ਚ ਡਿਸਾਈਡ ਹੋਏਗਾ, ਬਟ ਇਸ ਚੀਜ਼ ਨੂੰ ਜ਼ਰੂਰ ਹੈ ਕਿ ਆਪਾਂ ਨਿਊਜ਼ ਚੈਨਲ ਤੇ ਲਾਈਵ ਡਿਬੇਟ ਰੱਖਾਂਗੇ ਇੰਗਲਿਸ਼ ਦੇ ਵਿੱਚ। ਤੇ ਮੈਨੂੰ ਓਨਰ ਚਾਹੀਦੇ ਨੇ ਜਿਹੜੇ ਆਪਣੇ ਟਿਊਟਰ ਨੂੰ ਦੱਸਦੇ ਨੇ ਕਿਸ ਤਰ੍ਹਾਂ ਨਾਲ ਇੰਗਲਿਸ਼ ਪੜ੍ਹਾਉਣੀ ਹੈ। ਆਖਿਰ ਛੋਟਾ ਜਿਹਾ ਸ਼ਹਿਰ ਹੈ, ਜਗ੍ਹਾ ਜਗ੍ਹਾ ਮਤਲਬ ਹਰ ਇੱਕ ਹੀ ਨੰਬਰ 1 ਹੈ। ਜੇ ਸੰਸਥਾ ਬਣਾਣੀ ਸੀ ਤਾਂ ਉਹ ਸੰਸਥਾ ਇਹ ਆਪਸ ਚ ਮਿਲ ਕੇ ਵੀ ਬਣਾ ਸਕਦੇ ਸੀ। ਇਸ ਚ ਰਾਜਨੀਤੀ ਆਉਣ ਦੀ ਕਿਹੜੀ ਨੌਬਤ ਪਈ ਸੀ? ਕੱਲ ਨੂੰ ਜੇ ਰਿਕਸ਼ਾ ਰੇੜੀ ਵਾਲਿਆਂ ਦੀ ਸੰਸਥਾ ਬਣਦੀ ਹੈ, ਉੱਥੇ ਵੀ ਐਮਐਲਏ ਸਾਹਿਬ ਜਾਣਗੇ, ਜਾਂ ਕੋਈ ਕਿਸੇ ਹੋਰ ਨਾਈ ਜੇ ਸੰਸਥਾ ਬਣਾਉਂਦੇ ਉੱਥੇ ਵੀ ਐਮਐਲਏ ਸਾਹਿਬ ਜਾਣਗੇ, ਕਿਤੇ ਕਿਤੇ ਜਾਣਗੇ। ਉਹਨਾਂ ਨੂੰ ਹੋਰ ਵੀ ਬਹੁਤ ਕੰਮ ਹੈ, ਉਹਨਾਂ ਨੂੰ ਅਸੀਂ ਡਿਵੈਲਪਮੈਂਟ ਲਈ ਚੁਣਿਆ ਹੈ, ਉਹਨਾਂ ਨੂੰ ਡਿਵੈਲਪਮੈਂਟ ਕਰਨ ਤੋਂ ਇਹੋ ਜਿਹੀ ਜਗ੍ਹਾ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਨੂੰ ਆਉਣਾ ਚਾਹੀਦਾ ਜਾਂ ਉਹਨਾਂ ਨੂੰ ਵਿੱਚ ਪੈਣਾ ਚਾਹੀਦਾ ਹੈ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕਿਆ ਜਿਹੜੇ ਬਿਜ਼ਨਸ ਹੈ ਉਸ 'ਚ ਰਾਜਨੀਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਇਹ ਅੱਜ ਦਾ ਮੇਰਾ ਸਵਾਲ ਹੈ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ। ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ। ਇਸ ਵੇਲੇ ਅਸੀਂ ਰਾਜਪੁਰਾ ਦੇ ਬਲੂ ਲਾਈਨ ਇਮੀਗ੍ਰੇਸ਼ਨ ਤੇ ਪਹੁੰਚੇ ਹਾਂ, ਜਿੱਥੇ ਥੋੜ੍ਹੇ ਦਿਨ ਪਹਿਲਾਂ ਇੱਕ ਇਮੀਗ੍ਰੇਸ਼ਨ ਵਾਲਿਆਂ ਦੀ ਸੰਸਥਾ ਬਣਾਈ ਗਈ ਸੀਗੀ। ਸੰਸਥਾ ਇਸ ਕਰਕੇ ਬਣਾਈ ਜਾਂਦੀ ਹੈ ਕਿ ਲੋਕਾਂ ਨੂੰ ਕਈ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ, ਤਾਂ ਕਰਕੇ ਮਤਲਬ ਇਹ ਸੰਸਥਾ ਬਣਾਈ ਜਾਂਦੀ ਹੈ। ਤੇ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਸੰਸਥਾ ਦੀ ਕਿਆ ਲੋੜ ਪੈ ਗਈ ਸੀ, ਕਿਉਂਕਿ ਮਾਰਕੀਟ 'ਚ ਇੱਕ ਚਰਚਾ ਛਿੜੀ ਵੀ ਹੈ ਕਿ ਕਿਉਂ ਇਮੀਗ੍ਰੇਸ਼ਨ ਵਾਲਿਆਂ ਨੇ ਇਹ ਸੰਸਥਾ ਦਾ ਗਠਨ ਕੀਤਾ ਤੇ ਕਿਆ ਕਾਰਨ ਹੋ ਸਕਦਾ। ਕਿਉਂਕਿ ਇੱਕ ਗੱਲ ਹੈ ਕਿ ਵੀ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਜਿਹੜੀ ਹੈਗੀ ਉਹ ਇਹੀ ਬਿਜ਼ਨਸ ਰਹਿ ਗਿਆ, ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹ ਲਓ। ਤੇ ਕਿਉਂਕਿ ਪੰਜਾਬ ਤਾਂ ਸਾਰਾ ਇੱਧਰੋਂ ਬਾਹਰ ਜਾਣ ਨੂੰ ਕਰ ਰਿਹਾ ਹੈ, ਤੇ ਸਭ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਅੱਜ ਕੱਲ੍ਹ ਚੱਲ ਰਿਹਾ ਹੈ ਪੰਜਾਬ 'ਚ ਖਾਸ ਤੌਰ 'ਤੇ ਉਹ ਇਮੀਗ੍ਰੇਸ਼ਨ ਦਾ ਹੈਗਾ। ਤੇ ਅਸੀਂ ਹੁਣ ਪਹੁੰਚੇ ਹਾਂ ਬਲੂ ਲਾਈਨ ਦੇ ਵਿੱਚ। ਅਸੀਂ ਇਹਨਾਂ ਨੂੰ ਕੁਝ ਸਵਾਲ ਕਰਾਂਗੇ ਕਿ ਵੀ ਕਿਆ ਲੋੜ ਪੈ ਗਈ ਸੀਗੀ ਕਿ ਰਾਜਪੁਰਾ 'ਚ ਇਮੀਗ੍ਰੇਸ਼ਨ ਦੀ ਸੰਸਥਾ ਬਣਾਈ ਗਈ ਹੈ। ਅਸੀਂ ਨਹੀਂ ਸੁਣਿਆ ਕਿ ਵੀ ਕਿਤੇ ਵੀ ਇਮੀਗ੍ਰੇਸ਼ਨ ਦੀ ਸੰਸਥਾ ਹੋਏ, ਤੇ ਰਾਜਪੁਰਾ ਨੂੰ ਖਾਸ ਤੌਰ 'ਤੇ ਇਮੀਗ੍ਰੇਸ਼ਨ ਦੀ ਸੰਸਥਾ ਬਣਾਉਣ ਦੀ ਕੀ ਲੋੜ ਪਈ ਹੈ। ਤੇ ਅਸੀਂ ਹੁਣ ਦੀਪਕ ਜੀ ਜਿਹੜੇ ਪ੍ਰਧਾਨ ਬਣੇ ਹੈ ਇਮੀਗ੍ਰੇਸ਼ਨ ਜਿਹੜੀ ਇਹਨਾਂ ਨੇ ਐਸੋਸੀਏਸ਼ਨ ਬਣਾਈ ਹੈ, ਉਹਨਾਂ ਨਾਲ ਕੁਝ ਸਵਾਲ ਜਵਾਬ ਕਰਾਂਗੇ। ਹਾਂਜੀ ਦੀਪਕ ਜੀ, ਤੁਸੀਂ ਕੁਝ ਦਿਨ ਪਹਿਲਾਂ ਇਮੀਗ੍ਰੇਸ਼ਨ ਦੀ ਜਿਹੜੀ ਸੰਸਥਾ ਬਣਾਈ ਹੈ, ਕਿਆ ਲੋੜ ਪੈ ਗਈ ਸੀਗੀ ਇਮੀਗ੍ਰੇਸ਼ਨ ਦੀ ਸੰਸਥਾ ਬਣਾਈ ਹੈ? ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਵੀ ਇਹ ਜਿੱਦਾਂ ਮੰਨ ਲਓ ਮਾਰਕੀਟਾਂ 'ਚ ਵੀ ਸੰਸਥਾਵਾਂ ਬਣੀਆਂ ਹੋਈਆਂ ਕਿ ਕੋਈ ਦਿੱਕਤ ਪਰੇਸ਼ਾਨੀ ਹੋਏ ਕਿ ਵੀ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ, ਇਸ ਕਰਕੇ ਸੰਸਥਾ ਬਣਾਈ ਜਾਂਦੀ ਹੈ। ਇਮੀਗ੍ਰੇਸ਼ਨ ਵਾਲੇ ਨੂੰ ਐਸੀ ਕਿਹੜੀ ਦਿੱਕਤ ਹੈ? ਅਕਸਰ ਤਾਂ ਅਸੀਂ ਇਹੀ ਸੁਣਿਆ ਕਿ ਵੀ ਲੋਕਾਂ ਨੂੰ ਦਿੱਕਤ ਆਉਂਦੀ ਹੈ। ਜਿੰਨੀਆਂ ਵੀ ਵੀਡੀਓਜ਼ ਅਸੀਂ ਦੇਖਿਆ ਪੂਰੇ ਪੰਜਾਬ 'ਚ ਕਿ ਲੋਕਾਂ ਨੂੰ ਦਿੱਕਤ ਆਉਂਦੀ ਹੈ, ਕਿਸੇ ਨੇ ਪੈਸੇ ਮਾਰ ਲਏ, ਕਿਸੇ ਨੇ ਵੀਜ਼ਾ ਨਹੀਂ ਲਵਾਇਆ ਜਾਂ ਕੁਝ ਵੀ ਹੈ। ਅੱਜ ਕੱਲ੍ਹ ਲੱਖਾਂ ਸਿਧਾਂਤਾਂ ਦਾ ਵੀ ਚੱਲ ਰਿਹਾ ਹੈ ਚੰਡੀਗੜ੍ਹ ਮੁਹਾਲੀ 'ਚ। ਤੇ ਤੁਹਾਨੂੰ ਇਮੀਗ੍ਰੇਸ਼ਨ ਦੀ ਸੰਸਥਾ ਬਣਾਉਣ ਦੀ ਕੀ ਲੋੜ ਪਈ ਸੀ? ਦੇਖੋ ਬੇਸਿਕਲੀ ਇਹ ਸੀਗਾ ਕਿ ਮੇਰੇ ਕੋਲ ਵੀ ਕਈ ਹੁੰਦੇ ਸੀਗੇ ਕਲਾਇੰਟਸ, ਜਿਵੇਂ ਮੇਰੇ ਕੋਲ ਆ ਰਹੇ ਨੇ ਤੇ ਉਹਨਾਂ ਦੀ ਖੁਦ ਦੀ ਕੰਪਲੇਂਟ ਸੀਗੇ। ਤੇ ਕਈ ਵਾਰ ਇੱਦਾਂ ਵੀ ਲੱਗਿਆ ਵੀ ਆਪਣੇ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਸਾਰੇ ਹੀ ਮਾੜੇ ਨਹੀਂ ਗਏ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਕਈ ਲੋਕੀ ਨੇ ਜੋ ਜਿਨ੍ਹਾਂ ਨੂੰ ਪੈਸੇ ਨੂੰ ਜਿਨ੍ਹਾਂ ਨੇ ਮੁੱਖ ਰੱਖ ਲਿਆ। ਤਾਂ ਪੈਸੇ ਮੁੱਖ ਰੱਖਣਾ, ਦੇਖੋ ਇੱਕ ਰੋਟੀ ਖਾਣੀ ਹੈ ਕਿਸੇ ਬੰਦੇ ਨੇ, ਹੋਰ ਕੋਈ ਰੋਟੀ ਦੇ ਵਿੱਚ ਕੋਈ ਸੋਨਾ ਤਾਂ ਪਾ ਕੇ ਕੋਈ ਖਾਣ ਨਹੀਂ ਲੱਗਿਆ। ਤਾਂ ਜਦ ਖਰੇ ਕਿਸੇ ਨੇ ਰੋਟੀ ਖਾਣੀ ਹੈ ਤਾਂ ਰੋਟੀ ਕਮਾਉਣਾ ਕੋਈ ਇੰਨੀ ਵੱਡੀ ਗੱਲ ਤਾਂ ਹੈ ਨਹੀਂ ਗੀ। ਮੈਂ ਜ਼ਰੂਰ ਇਹ ਮੰਨਦਾ ਕਿ ਅੱਜ ਕੱਲ੍ਹ ਟਾਈਮ 'ਚ ਖਰਚੇ ਇੰਨੇ ਵੱਧ ਗਏ ਨੇ ਹਰੇਕ ਪਰਿਵਾਰ ਦੇ, ਭਾਵੇਂ ਮੇਰੇ ਪਰਿਵਾਰ ਵੀ ਹੈਗਾ ਤਾਂ ਸਾਡੇ ਵੀ ਖਰਚੇ ਵਧੇ ਹੋਏ ਨੇ, ਕਿਸੇ ਪਰਿਵਾਰ ਦੇ ਵੀ ਘਟੇ ਨਹੀਂ ਰਹੇ। ਬਟ ਇੱਕ ਰੱਬ ਹੁੰਦਾ ਹੈ, ਇੱਕ ਨੈਣਾ ਮਾਤਾ ਹੈਗੀ ਹੈ ਤੇ ਵਾਹਿਗੁਰੂ ਹੈਗਾ ਜਿਹੜਾ ਸਾਂਭਦੇ ਰਹਿੰਦੇ ਨੇ ਤੇ ਤੁਹਾਨੂੰ ਉਸ ਚੀਜ਼ ਦਾ ਮੁੱਲ ਦਿੰਦੇ ਆ ਜਿੰਨੀ ਤੁਸੀਂ ਮਿਹਨਤ ਕਰਦੇ ਹੋ। ਤੁਸੀਂ ਦੋ ਗੱਲਾਂ ਕਰੀਆਂ ਇਸ 'ਚ, ਮੈਂ ਦੋਨੋਂ ਸਵਾਲ ਪੁੱਛਾਂਗਾ ਤੁਹਾਨੂੰ। ਤੁਸੀਂ ਇੱਕ ਕਿਹਾ ਹੈਗਾ ਕਿ ਵੀ ਕੁਝ ਚੰਗੇ ਬੰਦੇ ਵੀ ਹੁੰਦੇ ਆ ਤੇ ਕੁਝ ਮਾੜੇ ਬੰਦੇ ਵੀ ਹੁੰਦੇ ਆ। ਕਿਆ ਤੁਹਾਨੂੰ ਪਤਾ ਹੈ ਕਿ ਆਪਣੇ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਕਿਹੜੇ ਕਿਹੜੇ ਚੰਗੇ ਹੈ ਤੇ ਕਿਹੜੇ ਕਿਹੜੇ ਮਾੜੇ? ਹਾਂਜੀ ਪ੍ਰਦੀਪ ਜੀ, ਦੇਖੋ ਇੱਕ 15 ਸਾਲ ਦੇ ਕੈਰੀਅਰ ਦੇ ਵਿੱਚ ਮੇਰੇ ਇੰਨਾ ਕੁ ਤਾਂ ਕਲਾਇੰਟਾਂ ਨੂੰ ਮੈਂ ਮਿਲ ਹੀ ਚੁੱਕਿਆ ਹੋਊਂਗਾ ਜਿਸ ਤੋਂ ਮੈਨੂੰ ਪਤਾ ਲੱਗ ਜਾਏ ਕਿ ਕਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਤੇ ਕਿਹੜਾ ਬੰਦਾ ਮਾੜਾ ਕੰਮ ਕਰ ਰਿਹਾ। ਉਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ, ਇਕੱਲਾ ਮੈਂ ਰਾਜਪੁਰਾ 'ਚ ਨਹੀਂ ਹੈਗਾ, ਮੇਰਾ ਆਫਿਸ ਜਲੰਧਰ ਵੀ ਹੈਗਾ, ਚੰਡੀਗੜ੍ਹ ਬਹੁਤ ਜਲਦੀ ਖੋਲ੍ਹ ਰਹੇ ਹੈਗੇ ਆ ਤੇ ਬਾਕੀ ਵੀ ਹੋਰ ਜਗ੍ਹਾਵਾਂ 'ਚ ਹੈ। ਤੇ ਮੈਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਮਿਲਿਆ ਇੰਡੀਆ 'ਚ, ਜੋ ਤੁਹਾਨੂੰ ਪਤਾ ਹੀ ਹੋਣਾ।
ਤੇ ਉਸ ਅਵਾਰਡ ਤੋਂ ਬਾਅਦ ਜਦ ਮੈਂ ਵਾਪਸ ਆਇਆ ਤਾਂ ਮੈਨੂੰ ਚੁਣਿਆ ਗਿਆ ਇਸ ਦੇ ਵਾਸਤੇ ਕਿ ਤੁਸੀਂ ਇਸ ਇਮੀਗ੍ਰੇਸ਼ਨ ਦੇ ਪ੍ਰੋਬਲਮ ਨੂੰ ਠੀਕ ਕਰੋ। ਮੈਂ ਸਿਰਫ ਇਸੇ ਗੱਲ ਦੀ ਚਰਚਾ ਕਰਨੀ ਸੀ ਕਿ ਮੇਰੇ ਕੋਲ ਇੱਕ ਫ੍ਰੀ ਹੈਂਡ ਹੋਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ, ਕਿਉਂਕਿ ਸਾਰਿਆਂ ਨੂੰ ਪਤਾ ਨਾ ਆਪਾਂ ਠੱਗੀਆਂ ਦੇ ਵਿੱਚ ਹੁੰਦੇ ਨੇ, ਨਾ ਆਪਾਂ ਕਿਸੇ ਗੱਲ ਦਾ ਸਾਥ ਦਈਏ। ਤਾਂ ਮੇਰਾ ਇੱਕ ਸਿੰਪਲ ਜਿਹਾ ਮੋਟਿਵ ਸੀਗਾ ਕਿ ਹਾਂਜੀ ਭਾਈ ਠੀਕ ਹੈ, ਅਸੀਂ ਚਾਹੁੰਦੇ ਹਾਂ ਵੀ ਇਹ ਸਾਫ਼ ਹੋਣਾ ਚਾਹੀਦਾ, ਬਟ ਇੱਕ ਚੀਜ਼ ਦਾ ਜ਼ਰੂਰ ਹੈਗਾ ਕਿ ਇਮਾਨਦਾਰੀ ਵਾਲੇ ਬੰਦਿਆਂ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਨਾ ਹੀ ਮੈਂ ਉਹਨਾਂ ਨੂੰ ਦੁਖੀ ਕਰਨਾ ਚਾਹੁੰਦਾ। ਜਿਹੜਾ ਕੰਮ ਕਰ ਰਿਹਾ ਬਹੁਤ ਵਧੀਆ ਕਰੇ, ਭਾਵੇਂ ਆਪਾਂ ਕਿਹਦੀ ਵੀ ਗੱਲ ਕਰੀਏ, ਭਾਵੇਂ ਐਮਐਲਏ ਸਾਹਿਬ ਨੇ, ਉਹਨਾਂ ਨੇ ਵੀ ਕਿਹਾ ਵੀ ਚਲੋ ਜਿਹੜੇ ਇਮਾਨਦਾਰ ਨੇ ਕਰੇ ਉਹਨਾਂ ਨੂੰ ਕਰਨ ਦੇਣਾ ਤੇ ਉਹਨਾਂ ਨੂੰ ਹੈਲਪ ਕਰਨੀ ਹੈ ਕਿ ਉਹ ਗਰੋ ਕਰਨ, ਬਟ ਜਿਹੜੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਰਸਤੇ ਸਹੀ ਪਾਉਣਾ ਹੈ, ਬਿਕੋਜ਼ ਐਪਲੀਕੇਸ਼ਨਸ ਬਹੁਤ ਆ ਰਹੀਆਂ ਨੇ ਰੋਜ਼ ਦੀਆਂ। ਹੁਣ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿਹੜੀ ਕਿਹੜੀ ਐਪਲੀਕੇਸ਼ਨ ਜਾ ਰਹੀਆਂ ਨੇ ਉਹਨਾਂ ਕੋਲ, ਤੇ ਇਸ ਦੇ ਵਿੱਚ ਕੋਈ ਕਿੰਨਾ ਕੁ ਟਾਈਮ ਦੇ ਦੇਗਾ। ਇਕੱਲਾ ਰਾਜਪੁਰੇ ਸ਼ਹਿਰ ਵਿੱਚ ਇਮੀਗ੍ਰੇਸ਼ਨ ਤਾਂ ਇਕੱਲੇ ਹੈ ਨਹੀਂ, ਹੋਰ ਵੀ ਬਾਕੀ ਕਿੰਨੀ ਕਠਿਨਾਈਆਂ ਨੇ, ਕੀ ਕਰਨਾ ਪੈਂਦਾ ਹੈ, ਤੇ ਉਹਨਾਂ ਸਭ ਨੂੰ ਸਾਂਭਣ ਵਾਸਤੇ ਹੀ ਇਮੀਗ੍ਰੇਸ਼ਨ ਦੇ ਇਹ ਐਸੋਸੀਏਸ਼ਨ ਦੀ ਰਚਨਾ ਹੋਈ। ਹੁਣ ਤੁਸੀਂ ਜਿਹੜਾ ਪਹਿਲਾ ਜਵਾਬ ਦਿੱਤਾ ਸੀ ਉਸ 'ਚ ਇੱਕ ਹੋਰ ਗੱਲ ਕਹੀ ਸੀ ਕਿ ਪੈਸਾ ਕਮਾਉਣਾ ਇੰਨਾ ਔਖਾ ਨਹੀਂ ਹੈ। ਬਿਲਕੁਲ, ਜੇ ਪੈਸਾ ਕਮਾਉਣਾ ਇੰਨਾ ਔਖਾ ਨਹੀਂ ਹੈ ਤੇ ਦੂਜੇ ਹੁਣ ਦੇ ਤੁਸੀਂ ਜਵਾਬ 'ਚ ਤੁਸੀਂ ਇਹ ਕਿਹਾ ਕਿ ਫਾਈਲਾਂ ਬਹੁਤ ਜ਼ਿਆਦਾ ਆ ਰਹੀਆਂ ਹੈ। ਬਿਲਕੁਲ ਠੀਕ ਹੈ, ਜੇ ਪੈਸਾ ਕਮਾਉਣਾ ਇੰਨਾ ਮੁਸ਼ਕਿਲ ਨਹੀਂ ਹੈ ਤਾਂ ਲੋਕੀ ਬਾਹਰ ਕਿਉਂ ਜਾ ਰਹੇ ਹੈ, ਤੁਹਾਡੇ ਕੋਲ ਇੰਨੀਆਂ ਫਾਈਲਾਂ ਕਿਉਂ ਆ ਰਹੀਆਂ? ਬਿਲਕੁਲ ਜੀ, ਕਰੋਨਾ ਦੇ ਟਾਈਮ ਤੋਂ ਬਾਅਦ ਨਾ ਪ੍ਰਦੀਪ ਜੀ ਸ਼ਾਰਟੇਜ ਆਫ ਲੇਬਰ ਤਾਂ ਬਿਲਕੁਲ ਨਹੀਂ ਸੀ, ਬਾਕੀ ਜੌਬਸ ਘੱਟ ਹੋ ਗਈਆਂ। ਇੱਕ ਬੱਚੇ ਦੇ ਵਾਸਤੇ MBA ਤੋਂ ਬਾਅਦ ਵੀ ਮੇਰੇ ਹਿਸਾਬ ਨਾਲ 15-20 ਹਜ਼ਾਰ ਤੋਂ ਉੱਪਰ ਦੀ ਤਨਖਾਹ ਰਾਜਪੁਰਾ ਆਪਾਂ ਐਕਸਪੈਕਟ ਨਹੀਂ ਕਰ ਸਕਦੇ। ਹੁਣ ਇੱਕ ਬੱਚਾ ਹੈ ਜਿਹਦੇ ਮਾਂ-ਬਾਪ ਨੇ, ਮਾਂ-ਬਾਪ ਦੇ ਸੁਪਨੇ ਹੁੰਦੇ ਜਦੋਂ ਸਾਡਾ ਬੱਚਾ ਸਕਸੈਸਫੁਲ ਹੋਏ, ਉਹਦੇ ਵਾਸਤੇ ਮਾਂ-ਬਾਪ ਕੀ ਕਰ ਸਕਦੇ ਨੇ? ਪਹਿਲਾਂ ਤਾਂ 50-60 ਲੱਖ ਦੀ ਦੁਕਾਨ ਪਾ ਕੇ ਦਿਓ, ਫਿਰ 20-25 ਲੱਖ ਰੁਪਏ ਉੱਪਰ ਲਾ ਕੇ ਤਾਂ 75 ਲੱਖ ਦਾ ਮਿਨੀਮਮ ਖਰਚਾ ਹੈ ਇੱਕ ਨੋਰਮਲ ਮਿਡਲ ਕਲਾਸ ਜ਼ਿੰਦਗੀ ਜੀਣ ਦਾ। ਕਿੱਧਰ ਬਾਹਰ ਜਾ ਕੇ ਇੱਕ ਬੱਚਾ ਜੇ ਮਿਹਨਤ ਵੀ ਕਰ ਰਿਹਾ ਤਾਂ ਲੱਖ ਇੱਕ ਰੁਪਏ ਆਰਾਮ ਨਾਲ ਕਮਾ ਲੈਂਦਾ ਹੁੰਦਾ ਹੈ। ਤਾਂ ਉਹ ਚੀਜ਼ ਵਧੀਆ ਜਾਂ ਇਹ ਚੀਜ਼ ਵਧੀਆ? ਹੁਣ ਮਾਂ-ਬਾਪ ਦਾ ਇਹ ਫਾਇਦਾ ਹੋਇਆ, ਇੱਕ ਤਾਂ ਪੈਸੇ ਘੱਟ ਲੱਗੇ ਤੇ ਬੱਚਾ ਉਧਰ ਸੈੱਟ ਹੋ ਰਿਹਾ। ਬੱਚੇ ਦਾ ਇਹ ਫਾਇਦਾ ਹੋਇਆ ਕਿ ਉਧਰ ਜਾ ਕੇ ਕੁਝ ਕਮਾ ਰਿਹਾ ਪਰ ਭੇਜੇਗਾ ਤਾਂ ਇੰਡੀਆ ਹੀ ਵਾਪਸ। ਆਪਾਂ ਜਿੰਨੀ ਵੀ ਫੀਸਾਂ ਪੜ੍ਹਨ ਵਾਸਤੇ ਜਾਂ ਟੂਰਿਸਟ ਵੀਜ਼ਾ ਤੇ ਬਾਹਰ ਜਾ ਰਹੇ ਹਾਂ ਉਸ ਤੋਂ ਵੱਧ ਤਾਂ ਸਟੂਡੈਂਟ ਵਾਪਸ ਭੇਜ ਦਿੰਦੇ ਨੇ। ਤਾਂ ਇਹ ਆਪਣੇ ਪੰਜਾਬ ਦਾ ਹੀ ਵਾਧਾ ਹੈ, ਕਿਉਂਕਿ NRI ਦਾ ਪੈਸਾ ਜਦ ਬੰਦ ਹੋਇਆ ਐਟਲੀਸਟ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਪ੍ਰੋਬਲਮਸ ਹੋਰ ਵੱਧ ਜਾਣਗੀਆਂ। ਇਹੀ ਭਾਵੇਂ ਭਗਵੰਤ ਮਾਨ ਜੀ ਦੀ ਸੋਚ ਹੈ ਤੇ ਇਹੀ ਭਾਵੇਂ MLA ਸਾਹਿਬ ਦੀ ਸੋਚ ਵੀ ਇਹੀ ਹੈ। ਤੁਹਾਡਾ ਬਹੁਤ ਵਧੀਆ ਫੋਕਸ ਹੈ। ਤੁਸੀਂ ਕਿਹਾ ਕਿ ਵੀ ਚੰਗੇ ਤੇ ਮਾੜੇ ਬੰਦਿਆਂ ਨੂੰ ਅਲੱਗ-ਅਲੱਗ ਕਰਨ ਦੀ ਉਹ ਕਰ ਰਹੇ ਤੁਸੀਂ ਛਾਨਣੀ। ਬਿਲਕੁਲ ਕਰਾਂਗੇ। ਤੇ ਕਿਆ ਤੁਸੀਂ ਜਿਹੜੇ ਚੰਗੇ ਬੰਦੇ ਸੀਗੇ, ਠੀਕ ਹੈ, ਜਿਨ੍ਹਾਂ ਨੇ ਸੰਸਥਾ ਬਣਾਈ ਹੈ, ਕਿਆ ਤੁਸੀਂ ਆਪਸ 'ਚ ਬੈਠ ਕੇ ਇਹ ਨਹੀਂ ਕਰ ਸਕਦੇ ਸੀ? ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਰਾਜਨੀਤੀ ਆਪਣੇ ਬਿਜ਼ਨਸ 'ਚ ਵਾੜ ਦਿੱਤੀ ਹੈ? ਨਹੀਂ, ਦੇਖੋ ਮੈਂ ਇਸ ਚੀਜ਼ ਨਾਲ ਸਾਰਿਆਂ ਨੂੰ ਲੋੜ ਸੀ, ਹਾਂਜੀ, ਉਹਨਾਂ ਲੋਕਾਂ ਦੀ ਰਾਜਨੀਤੀ ਬੰਦੇ ਦੀ ਲੋੜ ਸੀ ਤੁਹਾਡੀ ਸੰਸਥਾ ਬਣਾਉਣ ਦੇ ਲਈ। ਦੇਖੋ ਮੈਂ ਲੋੜ ਦੇ ਵਿੱਚ ਪ੍ਰਦੀਪ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਤੁਹਾਨੂੰ। ਮੈਂ ਸਵੇਰੇ ਨਾ ਆਪਣੇ ਆਫਿਸ 'ਚ ਆਉਂਦਾ ਸੀ ਲੇਬਰ ਚੌਕ ਤੋਂ ਹੋ ਕੇ, ਉਧਰ 10 ਤੋਂ 15 ਬੰਦੇ ਇੱਕ ਗੱਡੀ ਨੂੰ ਪੈ ਜਾਂਦੇ ਜਦ ਕਿਸੇ ਨੇ ਦਿਹਾੜੀ ਤੇ ਲੈਣ ਜਾਣਾ, ਇੱਕ ਬੰਦਾ। ਤਾਂ ਮੈਂ ਤਾਂ ਉਧਰ ਵੀ ਸੇਵਾ ਕਰ ਰਿਹਾ ਸੀਗਾ, ਜਦ ਸਿੱਧੀ ਦਿਹਾੜਾ ਸੀਗਾ ਤਾਂ ਮੈਂ ਜਿੰਨੇ ਬੰਦਿਆਂ ਦੀ ਹੈਲਪ ਹੋ ਸਕੀ ਉਹ ਕੀਤੀ। ਉਹਦੀ ਕੀ ਲੋੜ ਸੀ? ਜੇ ਮੈਂ ਆਪਣਾ ਮੰਦਿਰ ਹੈਗਾ ਟਾਲੀ ਵਾਲੇ ਚੌਕ ਤੇ, ਮੈਂ ਉਧਰ ਆਪਣੇ ਲਹਿੰਗੇ ਮਾਤਾ ਨੂੰ ਪਵਾ ਕੇ, ਇਹ ਦਿਖਾਉਣ ਦੀ ਬੋਲਣ ਦੀ ਗੱਲ ਹੀ ਨਹੀਂ ਹੁੰਦੀ, ਉਹ ਮਾਤਾ ਦਾ ਹੀ ਪੈਸਾ ਤੇ ਮਾਤਾ ਨੇ ਹੀ ਦਿੱਤਾ ਸੀ, ਤੇ ਮੈਂ 3 ਲਹਿੰਗੇ ਪਾ ਕੇ ਆਇਆ, ਉਹਦੀ ਕੀ ਲੋੜ ਸੀ? ਮੈਂ ਕਿਸੇ ਨੂੰ ਇੱਧਰ ਬਾਹਰ ਤੇ 4-5 ਦਿਨ 6 ਦਿਨ ਆਪਾਂ ਭੰਡਾਰਾ ਚਲਾਇਆ, ਉਹ ਤਾਂ ਤੁਹਾਨੂੰ ਵੀ ਪਤਾ ਹੈਗਾ। ਤੇ ਇੱਕ ਦਿਨ ਦੀ ਗੱਲ ਹੋਈ ਸੀ ਮੈਂ ਭੰਡਾਰੇ ਚਲਾਉਣ ਦੀ, ਤੇ ਮੈਂ ਲੋਕਾਂ ਨੂੰ ਕਹਿ ਰਿਹਾ ਸੀ ਕਿ ਮਾਤਾ ਨੇ ਚਾਹਿਆ ਤਾਂ 6 ਦਿਨ ਚੱਲੂਗਾ, ਸ਼ਿਵਰਾਤਰੀ ਤੱਕ ਮੈਂ ਚਲਾਇਆ, ਉਹਦੀ ਕੀ ਲੋੜ ਸੀ? ਇਹ ਲੋੜ ਤਾਂ ਇੱਕ ਸ਼ਰਧਾ ਦੇ ਹਿਸਾਬ ਨਾਲ ਹੁੰਦਾ ਤੇ ਬੰਦੇ ਦੀ ਸੋਚ ਕੀ ਹੈ। ਮੈਂ ਚਾਹੁੰਦਾ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ, ਮੇਰਾ ਹੁਣ ਸਟਾਫ ਵੀ ਕੋਈ ਮੇਰੇ ਕੋਲ ਆਉਂਦਾ ਤਾਂ ਪਹਿਲਾਂ ਮੈਂ ਉਹਦਾ ਦਿਲ ਚੈੱਕ ਕਰ ਦਿੰਦਾ ਉਹ ਕਿੰਨਾ ਮਦਦਗਾਰ ਹੈ, ਕਿਉਂਕਿ ਇਮੀਗ੍ਰੇਸ਼ਨ ਇੱਕ ਇਹੋ ਜਿਹਾ ਫੀਲਡ ਹੈਗਾ ਵੀ ਜਿਹਦੇ 'ਚ ਆਪਾਂ ਜੇ ਕਿਸੇ ਦੀ ਹੈਲਪ ਨਾ ਕਰਨਾ ਚਾਹਣ ਵਾਲਾ ਹੋਈਏ ਨਾ, ਆਪਾਂ ਉਹਦੀ ਠੱਗੀ ਮਾਰਾਂਗੇ। ਤੇ ਮੈਂ ਆਪਣਾ ਸਟਾਫ ਵੀ ਉਹਦੇ ਦੇਖੇ ਬਿਨਾਂ ਨਹੀਂ ਰੱਖਦਾ ਹੁਣ। ਅੱਛਾ, ਤੇ ਜਿੱਦਾਂ ਤੁਸੀਂ ਹੁਣ ਸੰਸਥਾ ਤਾਂ ਬਣਾ ਹੀ ਲਿੱਤੀ ਹੈ, ਹੁਣ ਅਸੀਂ ਤੁਹਾਡੇ ਤੋਂ ਰੂਲ ਰੈਗੂਲੇਸ਼ਨ ਵੀ ਪੁੱਛਾਂਗੇ ਕਿ ਕਿਆ ਤੁਸੀਂ ਰੈਗੂਲੇਸ਼ਨ ਰੱਖੇ ਹੈ, ਕਿਆ ਤੁਸੀਂ ਜਿਹੜੇ ਮਾੜੇ ਬੰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਕਿਆ ਲਓਗੇ, ਇਹ ਅਸੀਂ ਸਾਰਾ ਕੁਝ ਪੁੱਛਾਂਗੇ। ਤੇ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛਾਂਗਾ ਕਿ ਜਦ ਵੀ ਕੋਈ NGO ਬਣਦੀ ਹੈ, ਭਾਵੇਂ ਉਹ ਕੋਈ ਨਾਈ ਹੋਏ, ਭਾਵੇਂ ਉਹ ਕੋਈ ਵੀ ਬਿਜ਼ਨਸ ਹੋਏ, ਉਸ 'ਚ ਇੱਕ ਰੇਟ ਲਿਸਟ ਬਣਦੀ ਹੈ। ਬਿਲਕੁਲ ਜੀ। ਤੇ ਦੁਕਾਨਾਂ ਦੇ ਬਾਹਰ ਲਾਇਆ ਜਾਂਦਾ ਹੈ ਕਿ ਵੀ ਇਹ ਰੇਟ ਹੈ ਤੇ ਇਹ ਰੇਟ ਹੈ, ਇਸ ਤੋਂ ਵੱਧ ਨਹੀਂ ਹੋਏਗਾ ਤੇ ਇਸ ਤੋਂ ਘੱਟ ਨਹੀਂ ਹੋਏਗਾ, ਜਿਹੜਾ ਵੱਧ ਦੇਗਾ ਉਹ ਸੰਸਥਾ ਤੋਂ ਬਾਹਰ। ਬਿਲਕੁਲ ਜੀ, ਬਿਲਕੁਲ। ਤੁਹਾਡੀ ਇਮੀਗ੍ਰੇਸ਼ਨ ਵਾਲਿਆਂ ਦੀ ਵੀ ਕੋਈ ਰੇਟ ਲਿਸਟ ਬਣੇਗੀ ਕਿ ਵੀ ਅਮਰੀਕਾ ਜਾਣਾ ਹੈ, ਇਸ ਵੀਜ਼ੇ ਤੇ ਜਾਣਾ ਹੈ ਤਾਂ ਇਹ ਰੇਟ ਲਿਸਟ ਹੈ, ਤੇ ਇਸ ਵੀਜ਼ੇ ਤੇ ਜਾਣਾ ਹੈ ਤਾਂ ਇਹ ਰੇਟ ਲਿਸਟ? ਤਾਂ ਪ੍ਰਦੀਪ ਜੀ ਹੁਣ ਮੈਨੂੰ ਨਹੀਂ ਪਤਾ ਸੀ ਤੁਸੀਂ ਇਹਦਾ ਕੁਐਸਚਨ ਪੁੱਛਣਾ ਹੈ, ਤੇ 3 ਨੰਬਰ ਪੁਆਇੰਟ ਦੇ ਵਿੱਚ ਮੇਰੇ ਕੋਲ ਲਿਖਿਆ ਸੀ ਪ੍ਰਾਈਸਿਸ। ਅਗਰ ਆਪ ਸਾਰੇ ਮੀਟਿੰਗ ਕਰਨਾ ਚਾहें ਤਾਂ ਆਪਾਂ ਇਸ ਨੂੰ ਵੀ ਡਿਸਾਈਡ ਕਰ ਸਕਦੇ ਹਾਂ। ਇਸ 'ਚ ਪ੍ਰਦੀਪ ਜੀ ਤੁਹਾਨੂੰ ਇੱਕ ਪ੍ਰੋਬਲਮ ਦੱਸਦਾ, ਉਹ ਸਾਰਿਆਂ ਦੀ ਜਿਹੜੇ ਵੀ ਇਮੀਗ੍ਰੇਸ਼ਨ ਕਰ ਰਿਹਾ, ਭਾਵੇਂ ਉਹ ਇਮਾਨਦਾਰ ਹੈਗਾ, ਉਹਨੂੰ ਵੀ ਇੱਕ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਕਿ ਬੰਦਾ ਕੀ ਫੈਸਿਲਿਟੀਜ਼ ਕਿਸ ਤੋਂ ਲੈ ਰਿਹਾ।
ਫੋਰ ਐਗਜ਼ਾਮਪਲ ਜੇ ਮੰਨ ਲਓ ਕੋਈ ਬੰਦਾ ਕਿਸੇ ਦੀ ਸਲਾਹ ਲੈ ਰਿਹਾ IRCC ਮੈਂਬਰ ਦੀ ਜਾਂ ਕਿਸੇ ਦੀ, ਪੰਜਾਬ ਲਾਇਸੈਂਸ ਮੈਨੂੰ ਪਤਾ ਹੈ ਕਿਸ ਕੋਲ ਹੈ ਕਿਸ ਕੋਲ ਨਹੀਂ ਹੈ, ਕਿਹੜੇ ਕੋਲ IELTS ਲਾਇਸੈਂਸ ਹੈ ਕਿਸ ਕੋਲ ਨਹੀਂ ਹੈ, ਕੌਣ ਨੰਬਰ 1 ਹੈ ਕੌਣ ਨੰਬਰ 1 ਨਹੀਂ ਹੈ, ਇਹ ਸਾਰੀ ਚੀਜ਼ਾਂ ਦਾ ਮੈਨੂੰ 15 ਸਾਲਾਂ 'ਚ ਪਤਾ ਲੱਗ ਗਿਆ। ਬਟ ਮੈਂ ਇਹ ਜ਼ਰੂਰ ਪਹਿਲੇ ਤਾਂ ਸਾਰਿਆਂ ਨੂੰ ਮੈਂ ਇਹੀ ਆਪਣੇ ਵੱਲੋਂ ਦਰਖਾਸਤ ਲਾਈ ਸੀਗੀ ਕਿ ਸਾਰੇ ਆਪਾਂ ਇੱਕ ਮੰਚ ਤੇ ਆਓ ਤੇ ਆਪਾਂ ਇੱਕ ਗਰੁੱਪ ਬਣਾਈਏ। ਮੈਂ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਣਾ ਚਾਹੁੰਦਾ। ਮੈਂ ਉਦੋਂ ਵੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕੀਤੀ ਸੀ, 11 ਕਮੇਟੀ ਦੇ ਮੈਂਬਰ ਨਹੀਂ ਚਾਹੀਦੇ ਮੈਨੂੰ ਸਾਰੇ ਇਮੀਗ੍ਰੇਸ਼ਨ ਦੇ ਮੈਂਬਰ ਕਮੇਟੀ ਚਾਹੀਦੇ ਨੇ, ਤਾਂ ਕਿ ਜੇ ਉਹਨਾਂ ਦੀ ਵੀ ਕੋਈ ਦਿੱਕਤ ਹੈ ਤਾਂ ਮੈਂ ਉਹ ਵੀ ਦੂਰ ਕਰ ਸਕਾਂ। ਬਟ ਇੱਕ ਭਾਵੇਂ ਚੀਜ਼, ਕੋਈ ਚੰਗਾ ਹੋਵੇ ਭਾਵੇਂ ਕੋਈ ਮਾੜਾ ਹੋਵੇ, ਮਾੜਾ ਨਹੀਂ, ਨਾ 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 ਨਾ, ਇਹ ਚੀਜ਼ ਗਲਤ ਹੋ ਰਿਹਾ। ਫਿਰ ਉਹ ਤੁਸੀਂ ਕਿੱਦਾਂ ਡਿਸਾਈਡ ਕਰੋਗੇ ਕਿ ਵੀ ਉਹਨੂੰ ਕਹਿ ਦੋਗੇ ਕਿ ਤੂੰ ਤਾਂ ਮਾੜਾ ਆ, ਤੇਰੀ ਤਾਂ ਸ਼ਿਕਾਇਤਾਂ ਆ ਰਹੀਆਂ, ਤੈਨੂੰ ਨਹੀਂ। ਪ੍ਰਦੀਪ ਜੀ, ਤੁਹਾਨੂੰ ਪ੍ਰੈਸ ਦਾ ਕੰਮ ਕਰਦੇ ਹੋ ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਏ 12-13 ਸਾਲ। ਤੇ ਤੁਹਾਨੂੰ ਇੰਨਾ ਨਹੀਂ ਪਤਾ ਕਿ ਕਿਹੜਾ ਚੰਗਾ ਕਿਹੜਾ ਮਾੜਾ? ਬਿਲਕੁਲ ਮੈਨੂੰ 15 ਸਾਲ ਹੋ ਗਏ ਤਾਂ ਮੈਨੂੰ ਨਹੀਂ ਪਤਾ ਲੱਗ ਕਿਹੜਾ ਚੰਗਾ ਕਿਹੜਾ ਮੈਂ ਮਾੜਾ। ਕਿਸੇ ਸੰਸਥਾ 'ਚ ਨਹੀਂ ਆ। ਹਾਂ, ਤਾਂ ਬਟ ਜੇ ਕੋਈ ਇਮਾਨਦਾਰ ਸੰਸਥਾ ਆਈ ਜਿਸ ਤੁਹਾਨੂੰ ਵਿਸ਼ਵਾਸ ਹੈ ਇਮਾਨਦਾਰ ਹੈ, ਤੁਸੀਂ ਆਓਗੇ ਕਿ ਨਹੀਂ ਆਓਗੇ? ਸ਼ਾਇਦ ਆਓਗੇ। ਬਟ ਤੁਸੀਂ ਇੱਕ ਵਿਚਾਰ ਬਣਾ ਲਿਆ ਕਿ ਮੈਂ ਆਵਾਂਗਾ, ਵਿਚਾਰ ਬਣਾ ਲਿਆ, ਮੈਂ ਨਹੀਂ ਕਿ ਆ ਗਏ, ਤਾਂ ਉਸੇ ਤਰ੍ਹਾਂ ਜਦ ਇਮਾਨਦਾਰ ਬੰਦੇ ਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਮੰਚ ਹੈ ਆਪਣੇ ਵਾਸਤੇ ਹੀ ਬਣਿਆ ਤੇ ਆਪਣੀ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਬਣਿਆ, ਤਾਂ ਤੁਸੀਂ ਵੀ ਆਓਗੇ ਤਾਂ ਦੂਜੇ ਵੀ ਆਣਗੇ ਜਿਹੜੇ ਇਮਾਨਦਾਰ ਨੇ। ਅੱਛਾ, ਇਨ ਕੇਸ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜਿਹਦਾ ਵੀਜ਼ਾ ਨਹੀਂ ਲੱਗਿਆ ਜਾਂ ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ, ਉਹਦੇ ਲਈ ਨਾਲ ਵੀ ਤੁਸੀਂ ਖੜੋਗੇ ਕਿ ਤੁਸੀਂ ਆਪਣੇ ਬੰਦੇ ਨਾਲ ਖੜੋਗੇ? ਹਾਂਜੀ, ਤਾਂ ਇੱਕ ਮੈਂ ਬਹੁਤ ਕਲੀਅਰ ਗੱਲ ਚੱਲਣਾ ਚਾਹਾਂਗਾ। ਮੇਰੇ ਵਾਸਤੇ ਜੋ ਮੈਨੂੰ ਡਾਇਰੈਕਸ਼ਨਸ ਨੇ ਤੇ ਮੈਂ ਜੋ ਸੋਚ ਰਿਹਾ ਹੈਗਾ, ਡਾਇਰੈਕਸ਼ਨ ਕਿਹਦੇ ਵੱਲੋਂ? ਡਾਇਰੈਕਸ਼ਨਸ ਜੀ ਦੇਖੋ ਆਮ ਆਦਮੀ ਪਾਰਟੀ ਵੱਲੋਂ ਹੀ ਹੈ। ਹੁਣ ਮੈਂ ਇਸ ਨੂੰ ਕੀ ਲੁਕਾਵਾਂ, ਸਿੱਧੀ ਜੀ ਗੱਲ। ਰਾਜਨੀਤੀ ਆ ਗਈ ਮਤਲਬ? ਨਹੀਂ, ਰਾਜਨੀਤੀ ਵੱਲੋਂ ਹੀ ਪ੍ਰੇਰਿਤ ਹੋ ਕੇ ਆਪਾਂ ਰਾਜਪੁਰੇ ਨੂੰ ਸਹੀ ਕਰਨ ਦੇ ਵਿੱਚ। ਦੇਖੋ ਦੀਪਕ ਜੀ, ਗੱਲ ਇਹ ਹੈ ਤੁਹਾਡੇ ਬਿਜ਼ਨਸ ਦਾ ਤੁਹਾਨੂੰ ਜ਼ਿਆਦਾ ਪਤਾ ਹੈ, ਨਾ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ। ਡਾਇਰੈਕਸ਼ਨਸ ਤੁਸੀਂ ਉਹਨਾਂ ਤੋਂ ਲੈ ਰਹੇ ਹੋ, ਠੀਕ ਹੈ। ਉਹਨਾਂ ਨੂੰ ਜਦ ਤੁਹਾਡੇ ਬਿਜ਼ਨਸ ਦਾ ਹੀ ਨਹੀਂ ਪਤਾ ਤੇ ਹੋ ਸਕਦਾ ਕਿ ਉਹ ਗਲਤ ਡਾਇਰੈਕਸ਼ਨ ਵੀ ਦੇ ਦੇਣ ਤੁਹਾਨੂੰ। ਬਿਲਕੁਲ ਜੀ। ਫਿਰ ਤਾਂ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ, ਪ੍ਰਦੀਪ ਜੀ, ਵੋਟਾਂ ਕਿਸਨੇ ਪਾਈਆਂ? ਅਸੀਂ ਪਾਈਆਂ। ਤੁਸੀਂ ਭਗਵੰਤ ਮਾਨ ਜੀ ਨੂੰ ਜਿਤਾਇਆ। ਅਸੀਂ ਉਹਨਾਂ ਨੂੰ ਰਾਜਪੁਰੇ ਦੇ ਕੰਮ ਕਰਨ ਲਈ ਵੋਟਾਂ ਪਾਈਆਂ ਸੀ, ਨਾ ਕਿ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਸਾਨੂੰ ਇਮੀਗ੍ਰੇਸ਼ਨ ਬਾਰੇ ਦੱਸੋ, ਕਿਹੜਾ ਇਮੀਗ੍ਰੇਸ਼ਨ ਵਾਲਾ ਵਧੀਆ ਤੇ ਅਸੀਂ ਉਹਦੇ ਥਰੂ ਬਾਹਰ ਜਾਈਏ। ਪ੍ਰਦੀਪ ਜੀ, ਇਹ ਤਾਂ ਤੁਸੀਂ ਉਹ ਗੱਲ ਕਰ ਰਹੇ ਹੋ ਕਿ ਵੀ ਉਹਨਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਗਿਆ ਕਿਉਂਕਿ ਉੱਪਰੋਂ ਦਿਸ਼ਾ ਨਿਰਦੇਸ਼ ਸੀ ਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਘਪਲਾ ਚੱਲ ਰਿਹਾ ਹੈਗਾ। ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਹਰੇਕ ਸ਼ਹਿਰ ਦੇ ਵਿੱਚ ਇਹ ਹੋਊਗਾ ਕਿ ਇੱਕ ਸੰਸਥਾ ਬਣਾਈ ਜਾਏਗੀ, ਕਿਉਂਕਿ ਕੋਈ ਵੀ MLA ਹੈ ਉਸ ਕੋਲ ਇੰਨਾ ਟਾਈਮ ਨਹੀਂ ਹੈ ਕਿ 12-12 14-14 ਐਪਲੀਕੇਸ਼ਨ ਹਰ ਰੋਜ਼ ਦੀ ਸੁਣੇ, ਕਿਉਂਕਿ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਕਿਸ ਦੀ ਸਟੋਰੀ ਖਤਮ ਨਹੀਂ ਹੁੰਦੀ, ਭਾਵੇਂ ਡਰਾਮਾ ਹੈ ਭਾਵੇਂ ਸੱਚਾਈ ਹੈ। ਤੇ ਇੰਨਾ 7-8 ਘੰਟੇ ਕੌਣ MLA ਦੇ ਸਕਦਾ ਹੈਗਾ? ਤੁਸੀਂ ਆਪ ਦੱਸੋ, ਕੌਣ MLA ਦੇ ਪਾਏਗਾ? ਇਹ ਹੁਣ ਪੂਰੇ ਪੰਜਾਬ 'ਚ ਸੰਸਥਾ ਬਣੇਗੀ ਤੋ ਜੀ ਆਪਣੇ ਆਪ ਦੇਖੋਗੇ ਬੰਦੀਆਂ ਰਹਿਣਗੀਆਂ ਹਰੇਕ ਸ਼ਹਿਰ 'ਚ। ਸ਼ੁਰੂਆਤ ਰਾਜਪੁਰਾ ਤੋਂ ਹੋਈ ਹੈ। ਇਹ ਮੰਨ ਲਓ, ਕਹਿ ਸਕਦੇ ਹੋ ਤੁਸੀਂ, ਬਿਲਕੁਲ ਕਹਿ ਸਕਦੇ ਹੋ ਤੁਸੀਂ ਇਹ ਗੱਲ। ਤੇ ਪਹਿਲਾਂ ਆਪਣੇ ਰਾਜਪੁਰੇ ਤੋਂ ਸ਼ੁਰੂਆਤ ਹੋਈ ਹੈ ਤੇ ਪੂਰੇ ਪੰਜਾਬ ਵਿੱਚ ਇਹ ਫੈਲੇਗਾ। ਠੀਕ ਹੈ, ਮੇਰੀ ਗੱਲ, ਮੈਂ ਪੰਜਾਬ ਦੀ ਐਸੋਸੀਏਸ਼ਨ ਜਿਹੜੇ ਟੌਪ ਕੰਸਲਟੈਂਟਸ ਦੀ ਹੈ ਉਸ 'ਚ ਵੀ ਮੈਂਬਰ ਹੈ। ਜੇ ਤੁਹਾਨੂੰ ਮੈਂ ਫੋਨ 'ਚ ਦਿਖਾਉਣਾ ਚਾਹਾਂ ਤਾਂ ਉਹ ਵੀ ਦਿਖਾ ਪਾਵਾਂਗਾ। ਜਿਹੜਾ ਆਪਣਾ ਪੰਜਾਬ ਦਾ ਬਿਗ ਕੰਸਲਟੈਂਟ ਗਰੁੱਪ ਹੈ, ਜਿਸ 'ਚ ਭਾਵੇਂ ਆਪਾਂ ਲਈਏ ESS, ਭਾਵੇਂ ਆਪਾਂ ਲਈਏ ਕੋਈ ਵੀ ਵੱਡਾ ਓਮ ਗਲੋਬਲ ਜਿਹੜੇ ਲੋਕੀ ਕਹਿੰਦੇ ਨੇ, ਇਹ ਗਰੁੱਪ ਹੈਗਾ ਜਿਹਦੇ ਵਿੱਚ ਘੱਟੋ ਘੱਟ 340 ਤੋਂ 350 ਕੰਸਲਟੈਂਟ ਹੈ ਆਪਣੇ ਪੰਜਾਬ ਦੇ ਵੱਡੇ। ਮੈਂ ਛੋਟਿਆਂ ਦੀ ਗੱਲ ਨਹੀਂ ਕਰਦਾ। ਤੇ ਰਾਜਪੁਰੇ 'ਚ ਮੈਂ ਇਕੱਲਾ ਹੀ ਹੈਗਾ, ਹੋਰ ਕੋਈ ਮੈਨੂੰ ਪਤਾ ਵੀ ਨਹੀਂ ਹੈ। ਬਟ ਮੈਂ ਰਾਜਪੁਰੇ ਮੇਰੇ ਹਿਸਾਬ ਨਾਲ ਮੈਂ ਇਕੱਲਾ ਹੀ ਹੈਗਾ, ਬਾਕੀ ਪਤਾ ਨਹੀਂ। ਇਮੀਗ੍ਰੇਸ਼ਨ ਵਾਲਿਆਂ ਦਾ ਤਾਂ ਸਾਥ ਦੋਗੇ ਜੇ ਕੋਈ ਨਹੀਂ ਦੇਖੋ ਪਬਲਿਕ ਆਉਂਦੀ ਹੈ ਤੁਹਾਡੇ ਕੋਲ, ਪਬਲਿਕ ਕਿ ਵੀ ਸਾਨੂੰ ਇਹ ਪ੍ਰੋਬਲਮ ਆਈ ਹੈ ਜੀ, ਉਸ ਇਮੀਗ੍ਰੇਸ਼ਨ ਵਾਲਿਆਂ ਨੇ ਸਾਡੇ ਤੋਂ ਇਦਾਂ ਦਾ ਕਰਕੇ ਪੈਸੇ ਲਿੱਤੇ ਆ ਤੇ ਹੁਣ ਉਹ ਫੋਨ ਨਹੀਂ ਚੱਕਦਾ। ਬਿਲਕੁਲ ਸਹੀ ਹੈ। ਠੀਕ ਹੈ, ਫਿਰ ਤੁਸੀਂ ਕੀ ਮਤਲਬ ਮੀਟਿੰਗ ਬੁਲਾਓਗੇ ਜਾਂ ਉਹਦਾ ਕੋਈ ਟੈਸਟ ਲਓਗੇ ਕਿ ਉਹ ਬੰਦਾ ਸਹੀ ਕਹਿ ਰਿਹਾ ਕਿ ਉਹ ਬੰਦਾ ਸਹੀ ਕਹਿ ਰਿਹਾ? ਕਿੱਦਾਂ ਤੁਸੀਂ ਇਹਦੀ ਉਹ ਕਰੋਗੇ? ਪ੍ਰਦੀਪ ਜੀ ਦੇਖੋ, ਤੁਹਾਡਾ ਪ੍ਰੋਫੈਸ਼ਨ ਤੇ ਮੇਰਾ ਪ੍ਰੋਫੈਸ਼ਨ ਕੋਈ ਜ਼ਿਆਦਾ ਦੂਰ ਨਹੀਂ ਹੈ। ਹੁਣ ਤੁਸੀਂ ਮੰਨ ਲਓ ਕਿਸੇ ਦੇ ਪ੍ਰਧਾਨ ਬਣ ਗਏ ਤੇ ਤੁਹਾਨੂੰ ਕੋਈ ਬੰਦਾ ਦੱਸ ਰਿਹਾ ਵੀ ਇਹ ਖਬਰ ਹੈ, ਲਾਵਾਂ ਜਾਂ ਨਾ ਲਾਵਾਂ, ਸੱਚਾਈ ਹੈ ਕਿ ਨਹੀਂ ਹੈ, ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਤੁਹਾਨੂੰ ਆਪ ਨੂੰ ਹੀ ਪਤਾ ਹੋਏਗਾ ਕਿ ਇਹ ਸੱਚਾਈ ਹੈ ਜਿਹੜੀ ਇਹ ਕਹਿ ਰਿਹਾ, ਝੂਠਾ ਹੈ, ਤੇ ਤੁਸੀਂ ਉਹਨੂੰ ਪਤਾ ਲੱਗ ਜਾਊਗਾ। ਉਸੇ ਤਰ੍ਹਾਂ ਸਾਡੇ ਕੰਮ ਦੇ ਵਿੱਚ ਸਾਨੂੰ ਪਤਾ ਕਿ ਕਿਹੜੇ ਤਰੀਕੇ ਨਾਲ ਫਾਈਲ ਲੱਗਦੀ ਹੈ, ਕਿਹੜੇ ਤਰੀਕੇ ਨਾਲ ਪੈਸੇ ਜਾਂਦੇ ਨੇ, ਕਿਹੜੇ ਤਰੀਕੇ ਨਾਲ ਕੋਈ ਕੰਮ ਹੁੰਦੇ ਨੇ। ਇਹੀ ਤਾਂ ਗੱਲ ਮੈਂ ਕਹਿ ਰਿਹਾ, ਇਹ ਤੁਹਾਨੂੰ ਪਤਾ ਹੈ ਨਾ। ਬਿਲਕੁਲ, ਡਾਇਰੈਕਸ਼ਨ ਤੁਸੀਂ ਉਧਰੋਂ ਲੈ ਰਹੇ ਹੋ। ਨਹੀਂ ਡਾਇਰੈਕਸ਼ਨ, ਹਾਂ ਬਿਲਕੁਲ। ਤਾਂ ਡਾਇਰੈਕਸ਼ਨ ਕੀ ਹੈਗੀ ਹੈ ਕਿ ਭਗਵੰਤ ਮਾਨ, ਤੁਸੀਂ ਨਾ ਇਸ ਨੂੰ ਬਹੁਤ ਕਨਫਿਊਜ਼ ਕਰ ਰਹੇ ਹੋ। ਦੇਖੋ ਇਹਨਾਂ 4-5 ਸਾਲਾਂ 'ਚ ਜਿਹੜੇ ਮੈਂ ਤਾਂ 15 ਸਾਲਾਂ ਹੋ ਗਏ ਮੈਨੂੰ ਕੰਮ ਸ਼ੁਰੂ ਕਰਤੇ। ਪਹਿਲਾਂ ਤੁਸੀਂ ਪੜ੍ਹਾਉਂਦੇ ਵੀ ਸੀ ਨਾ, ਟੀਚਿੰਗ ਵੀ ਦਿੰਦੇ ਸੀਗੇ। ਤਾਂ ਮੈਂ ਦੱਸਣਾ ਚਾਹਾਂਗਾ ਕਿ ਮੈਂ 8-9 ਸਾਲ ਦੇ ਨੇੜੇ ਤੇਰੇ ਪਹਿਲਾਂ ਟੀਚਿੰਗ ਪੜ੍ਹਾਈ ਹੈ ਆਇਲਸ ਦੇ ਵਿੱਚ। ਜਦ ਮੈਂ ਆਇਲਸ ਪੜ੍ਹਾਉਂਦਾ ਸੀਗਾ ਤਾਂ ਉਸ ਤੇ ਮੇਰੇ ਸਾਹਮਣੇ 1-2 ਸੈਂਟਰ ਹੁੰਦੇ ਸੀਗੇ। ਮਤਲਬ ਤੁਸੀਂ ਸਟਾਰਟਿੰਗ ਤੋਂ ਇਸ ਕੁਰਸੀ ਤੇ ਨਹੀਂ ਆ ਕੇ ਬੈਠੇ, ਪਹਿਲਾਂ ਤੁਸੀਂ ਕਲਾਸਰੂਮ 'ਚ ਹੀ ਸੀਗੇ? ਹਾਂ, ਮੇਰੇ ਵਾਈਫ ਨੇ ਨਾਲ ਨਾ, ਤੇ ਜਿਹੜੇ ਮੇਰੇ ਵਾਈਫ ਨੇ ਉਹ ਵੀਜ਼ਾ ਸੈਕਸ਼ਨ ਸਾਂਭਦੇ ਸੀਗੇ ਤੇ ਮੈਂ ਸੰਭਾਲਦਾ ਸੀ ਆਇਲਸ ਨੂੰ। ਤਾਂ ਆਇਲਸ ਦਾ ਮੈਂ ਟੀਚਰ ਰਿਹਾ ਤੇ ਮੇਰੇ ਆਪ ਦੇ 8 ਬੈਂਡ ਨੇ ਆਇਲਸ ਦੇ ਵਿੱਚ, ਉਹ ਵੀ ਤੁਹਾਨੂੰ ਸ਼ੋਅ ਕਰ ਦਾਂਗਾ ਜੇ ਕਿਸੇ ਨੂੰ ਦੇਖਣਾ ਹੋਵੇ ਤਾਂ।
ਉਸ ਤੋਂ ਬਾਅਦ ਕੀ ਹੋਇਆ ਕਿ ਕਈ ਕਵਰਿੰਗ ਲੈਟਰਸ ਹੁੰਦੀਆਂ ਨੇ, ਕਈ ਐਸਓਪੀਸ ਹੁੰਦੀਆਂ ਨੇ। ਤਾਂ ਮੇਰੇ ਵਾਈਫ ਨੇ ਕਿਹਾ ਵੀ ਤੁਹਾਨੂੰ ਇੰਨੀ ਨੌਲੇਜ ਹੈ ਜਦ ਆਇਲਸ ਦੀ, ਤਾਂ ਇੱਕ ਇੰਗਲਿਸ਼ ਦੇ ਵਿੱਚ ਲੈਟਰਸ ਲਿਖਣੀਆਂ ਹੈਗੀਆਂ ਵੀ ਇਸ ਤਰ੍ਹਾਂ ਹੁੰਦੀ ਹੈਗੀ ਆ। ਮੈਂ ਉਹਦੀ ਰਿਸਰਚ ਕੀਤੀ ਗੂਗਲ ਤੇ, ਕੈਨੇਡੀਅਨ ਐਮਬੈਸੀ ਨੂੰ ਕੀ ਚਾਹੀਦਾ, ਅਮਰੀਕਨ ਐਮਬੈਸੀ ਨੂੰ ਕੀ ਚਾਹੀਦਾ, ਦੂਜੀ ਐਮਬੈਸੀ ਨੂੰ ਕੀ ਚਾਹੀਦਾ। ਅਮਰੀਕਾ ਦੇ ਵਿੱਚ ਕੋਈ ਕਵਰਿੰਗ ਲੈਟਰ ਨਹੀਂ ਲਿਖਦੀ ਕਿਉਂਕਿ ਵਿੱਚ ਲੋਕਾਂ ਨੇ ਕਮੈਂਟ ਕਰਨਾ ਵੀ ਇਸ ਦੇ ਕੋਈ ਲੈਟਰ ਨਹੀਂ ਹੁੰਦੀ। ਤਾਂ ਇਸ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਉਹਦੇ ਮੈਂ ਲੈਟਰਸ ਬਣਾਉਣ ਤੋਂ ਸ਼ੁਰੂ ਕੀਤਾ ਸੀ, ਤੇ ਅੱਜ ਮੈਂ ਪੰਜਾਬ ਦੇ ਵਿੱਚ ਚੰਗੇ ਕੰਸਲਟੈਂਟ ਦੇ ਵਿੱਚ ਸ਼ੁਮਾਰ ਹੈ, ਜਿਹੜਾ ਮੈਂ ਤੁਹਾਨੂੰ ਗਰੁੱਪ ਦਿਖਾਤਾ। ਠੀਕ ਹੈ, ਮੈਂ ਦੇਖ ਲਿਆ। ਹਾਂਜੀ, ਤੇ ਹੁਣ ਅਗਲਾ ਕੰਮ ਕੀ ਹੈ ਕਿ ਆਪਾਂ ਨੇ ਜਿਹੜੇ ਰੂਲਸ ਰੈਗੂਲੇਸ਼ਨਸ ਬਹੁਤ ਸਿੰਪਲ ਜਿਹੇ ਨੇ। ਸਭ ਤੋਂ ਵੱਡੀ ਕੰਪਲੇਂਟ ਆਉਂਦੀ ਹੈ ਸਟਾਫ ਨੂੰ ਖਿੱਚਣ ਵਾਲੇ ਕੰਮ। ਤਾਂ ਕਈ ਲੋਕਾਂ ਦਾ ਇਹ ਕੰਮ ਹੈਗਾ ਕਿ ਇੱਕ ਸਟਾਫ ਨੂੰ ਕਿਸ ਦਾ ਕੰਮ ਕਰ ਰਿਹਾ ਤਾਂ ਉਹਨੂੰ ਖਿੱਚੋ, ਵੀ ਚੈੱਕ ਕਰਦੇ ਨੇ, ਬੰਦੇ ਭੇਜਦੇ ਨੇ, CID ਕਰਦੇ ਨੇ ਵੀ ਇਹਦੇ ਆਫਿਸ 'ਚ ਕੌਣ ਵਧੀਆ ਕੰਮ ਕਰ ਰਿਹਾ। ਮੈਂ ਆਪਣੇ ਆਫਿਸ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਪ੍ਰਧਾਨ ਹਾਂ, ਮੇਰੇ ਨਾਲ ਤਾਂ ਕੀ ਕਰਦੇ ਹੋਣੇ, ਬਟ ਕਈ ਹੋਰ ਨੇ ਜਿਨ੍ਹਾਂ ਦੇ ਆਫਿਸ 'ਚ ਭੇਜਦੇ ਨੇ। ਮੇਰੇ ਕੋਲ ਇੱਕ ਵਾਰੀ ਹੁਣੇ ਥੋੜੇ ਦਿਨ ਪਹਿਲਾਂ ਹੀ ਕੰਪਲੇਂਟ ਆਈ ਬਈ ਕੋਈ ਕਿਸੇ ਕੁੜੀ ਦਾ ਕੀ ਨਾਮ ਲੈਣਾ, ਕੋਈ ਕੁੜੀ ਦਾ ਕੋਈ ਪ੍ਰੈਗਨੈਂਸੀ ਆ ਗਿਆ ਸੀਗਾ, ਤੇ ਉਹ ਪ੍ਰੈਗਨੈਂਸੀ ਤੋਂ ਵਾਪਸ ਹੋਈ ਤਾਂ ਉਸ ਆਫਿਸ ਨੇ ਨਹੀਂ ਰੱਖਿਆ। ਤਾਂ ਦੂਜੇ ਆਫਿਸ 'ਚ ਜਦ ਲੱਗੀ ਤਾਂ ਉਹਨੂੰ ਮੈਸੇਜ ਕੀਤੇ ਜਾ ਰਹੇ ਨੇ। ਮੈਂ ਕਿਹਾ ਭਾਈ ਇਹ ਕਿਸ ਚੀਜ਼ ਦੇ ਮੈਸੇਜ ਨੇ? ਉਹ ਕਹਿੰਦੇ ਜੀ ਅਸੀਂ ਤਾਂ ਵੈਸੇ ਹੀ ਗੱਲ ਕਰ ਰਹੇ ਸੀ। ਹੁਣ ਤੁਸੀਂ ਹਰੇਕ ਕਿਸ ਦੀ ਇੱਜ਼ਤ ਹੁੰਦੀ ਹੈ, ਹਰੇਕ ਕਿਸ ਦੀ ਬੇਇੱਜ਼ਤੀ ਹੁੰਦੀ, ਮੈਂ ਉਹਦੀ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਇਸ ਟਾਈਮ, ਬਟ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਸਟਾਫ ਜਦ ਵੀ ਤੁਸੀਂ ਆਪਣਾ ਚੇਂਜ ਕਰਨਾ ਹੈ ਤਾਂ ਪਿਛਲੇ ਵਾਲੇ ਆਫਿਸ ਤੋਂ NOC ਲੈਣਾ ਮਸਟ ਹੈ। ਜੇ ਇਹ ਕੋਈ ਨਹੀਂ ਇਸ ਤੇ ਚੱਲ ਰਿਹਾ ਤਾਂ ਜੋ ਵੀ ਐਕਸ਼ਨ ਹੈ ਉਹ ਲਿੱਤਾ ਜਾਏਗਾ। ਐਕਸ਼ਨ ਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਕਈ ਵਾਰੀ ਆਪਾਂ ਕੰਪਲੇਂਟ ਨਹੀਂ ਪਾਉਂਦੇ ਤਾਂ ਅਗਲੇ ਵਾਲਾ ਬੰਦਾ ਆਪਣੇ 'ਚ ਵੱਜ ਜਾਂਦਾ ਹੈ, ਤਾਂ ਉਸ ਟਾਈਮ ਤੁਹਾਡੀ ਐਸੋਸੀਏਸ਼ਨ ਤੁਹਾਡੇ ਨਾਲ ਨਹੀਂ ਖੜੇਗੀ, ਬਿਕੋਜ਼ ਨਾ ਤੁਸੀਂ ਐਸੋਸੀਏਸ਼ਨ ਦਾ ਮੈਂਬਰ ਹੋ ਤੇ ਨਾ ਹੀ ਤੁਸੀਂ ਇਸ 'ਚ ਯੋਗਦਾਨ ਦੇਣਾ ਚਾਹੁੰਦੇ ਹੋ। ਮਤਲਬ ਜਿਹੜਾ ਰੂਲ ਤੋੜੇਗਾ ਤਾਂ ਬਹੁਤ ਸਟ੍ਰਿਕਟ ਐਕਸ਼ਨ ਹੈ, ਬਹੁਤ ਕਲੀਅਰ ਕੱਟ ਦੱਸ ਰਿਹਾ ਮੈਂ। ਇਸ ਦੇ ਵਿੱਚ ਜਿਵੇਂ MLA ਸਾਹਿਬ ਨੇ ਕਿਹਾ ਸੀਗਾ ਕਿ ਆਪਾਂ ਨੂੰ ਮੇਰੇ ਨਾਲ ਜਿਹੜੀ ਚਰਚਾ ਹੋਈ ਉਹਨਾਂ ਦੇ ਘਰੇ ਵੀ, ਤਾਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਐਪਲੀਕੇਸ਼ਨਸ ਤੁਸੀਂ ਸੁਣੋ, ਤੁਹਾਨੂੰ ਵੱਧ ਪਤਾ ਹੈ ਕਿਉਂਕਿ ਉਹਨਾਂ ਨੇ ਪੂਰਾ ਸ਼ਹਿਰ ਸਾਂਭਣਾ ਜੀ, ਇੱਕ ਕਿਹੜੇ ਕੰਮ ਕਰਨ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਵੀ ਤੁਹਾਡੀ ਐਪਲੀਕੇਸ਼ਨ ਹੈ ਤੁਹਾਡੇ ਕੋਲ ਭੇਜਣਾ, ਤੁਸੀਂ ਚੈੱਕ ਕਰਕੇ ਰਿਕਮੈਂਡੇਸ਼ਨ ਦਿਓ ਬਈ ਸੱਚਾਈ ਹੈ ਕਿ ਝੂਠਾਈ ਹੈ, ਤੇ ਉਸ ਹਿਸਾਬ ਨਾਲ ਹੀ ਕੰਮ ਚੱਲੇਗਾ। ਤੇ ਇਹ ਕੋਈ ਵੀ ਆਪਣੀ ਆਰਗੇਨਾਈਜੇਸ਼ਨ ਉਹਦਾ ਇਹ ਰੋਲ ਹੁੰਦਾ ਹੈ ਵੀ ਪ੍ਰਧਾਨ ਨੇ ਡਿਸਾਈਡ ਕਰਨਾ ਆਪਣੇ ਮੀਟਿੰਗ ਕਮੇਟੀ ਮੈਂਬਰਸ ਨਾਲ ਵੀ ਆਹ ਦੇਖੋ ਜੀ ਇਸ ਗੱਲ ਸਹੀ ਕੀ ਹੈ, ਮੈਨੂੰ ਤਾਂ ਇਹ ਲੱਗਦਾ, ਤੁਹਾਨੂੰ ਕੀ ਲੱਗਦਾ, ਤੁਸੀਂ ਆਪਣੀ ਸਰਚ ਦੇ ਦਿਓ। ਹੁਣ ਬੋਰਡ ਆਫ ਡਾਇਰੈਕਟਰਸ ਨੇ, ਬੋਰਡ ਆਫ ਜਸਟਿਸ ਵੀ ਹੁੰਦੇ ਨੇ ਸੁਪਰੀਮ ਕੋਰਟ 'ਚ, ਇੱਕ ਜੱਜ ਨਹੀਂ ਬੈਂਚ ਕਰਦੀ ਹੈ ਡਿਸਾਈਡ, ਉਹ 4-5 ਜੱਜ ਦੀ ਬੈਂਚ ਹੁੰਦੀ ਹੈ, ਤੇ ਉਹ 4-5 ਦੀ ਜੱਜ ਦੀ ਬੈਂਚ ਜਿਹੜਾ ਡਿਸੀਜਨ ਲੈਂਦੀ ਹੈ ਉਹ ਹੋਏਗਾ ਹੀ ਹੋਏਗਾ, ਭਾਵੇਂ FIR ਹੈ, ਭਾਵੇਂ ਉਹਦਾ ਆਪਾਂ ਰਾਜੀਨਾਮਾ ਕਰਾਈਏ, ਜੋ ਵੀ ਹੈਗਾ ਉਹ ਤਾਂ ਹੋਣਾ ਹੀ ਹੋਣਾ ਜੀ। ਦੂਜਾ ਜਿਹੜਾ ਹੈਗਾ ਜੀ, ਮੈਂ ਇਹ ਚੀਜ਼ਾਂ ਬਹੁਤ ਕੰਪਲੇਂਟ ਸੁਣੀਆਂ ਆਪਣੇ ਕਈ ਭਰਾਵਾਂ ਕੋਲੋਂ ਕਿ ਕੀ ਹੁੰਦਾ ਹੈ ਕਿ ਜਦ ਇੱਕ ਆਫਿਸ ਦੀ ਐਪਲੀਕੇਸ਼ਨ ਦੂਜੇ ਕੋਲ ਜਾ ਰਿਹਾ ਕੋਈ ਕਲਾਇੰਟ, ਤਾਂ ਦੂਜੇ ਦੇ ਬਾਰੇ ਦਾ ਇਹ ਜੀ ਭੰਡ ਪੜਦੇ ਨੇ, ਭੰਡ ਵੀ ਕੀ ਝੂਠੇ ਦਾ ਭਲਿੰਦਾ। ਦੇਖੋ ਮੈਂ ਬਿਲਕੁਲ ਇਹ ਕਹਿਣਾ ਵੀ ਆਪਾਂ ਜਦ ਵੀ ਕੰਪੀਟੀਸ਼ਨ ਚਾਹੁੰਦੇ ਹਾਂ ਤਾਂ ਆਪਾਂ ਇਹ ਕਹਿੰਦੇ ਵੀ ਦੂਜੇ ਦਾ ਸਮਾਨ ਤਾਂ ਵਧੀਆ ਨਹੀਂ ਪਿਆ, ਮੇਰੀ ਦੁਕਾਨ 'ਚ ਸਮਾਨ ਵਧੀਆ ਪਿਆ। ਇਹ ਤਾਂ ਇੱਕ ਰੂਲ ਹੈਗਾ ਰਾਜਪੁਰੇ ਦਾ, ਕੋਈ ਗੱਲ ਨਹੀਂ, ਇਹ ਵੀ ਕੰਪੀਟੀਸ਼ਨ ਨਾਲ ਚੱਲਦਾ, ਹਰ ਪਾਸੇ ਦਾ। ਬਟ ਆਪਾਂ ਇਸ ਚੀਜ਼ ਨੂੰ ਇਹ ਕਹਿਣਾ ਚਾਹੁੰਦਾ ਮੈਂ, ਆਪਾਂ ਝੂਠ ਸੱਚ ਗੱਲਾਂ ਨਾ ਕਰੀ। ਕੱਲ ਨੂੰ ਕੀ ਹੈ ਕਿ ਤੁਹਾਡੀ ਕੋਈ ਇੱਧਰ ਦੂਜੇ ਪਾਸੇ ਜਾਏਗਾ ਕਿ ਤੁਹਾਡੇ ਬਾਰੇ ਕੀ ਬੋਲੇਗਾ ਤੁਹਾਨੂੰ ਵੀ ਨਹੀਂ ਪਤਾ। ਇਸ ਕਰਕੇ ਝੂਠ ਸੱਚ ਬੋਲਣਾ ਹੈ ਬੰਦ ਹੋਣਾ ਪਏਗਾ। ਜਿਹੜਾ ਵੀ ਝੂਠ ਸੱਚ ਕਿਸੇ ਬਾਰੇ ਬੋਲ ਰਿਹਾ ਹੈ ਉਹਦਾ ਜ਼ਿੰਮੇਵਾਰ ਉਹ ਹੈ, ਤੇ ਉਹਨੂੰ ਐਸੋਸੀਏਸ਼ਨ 'ਚ ਕੱਢਣ ਦਾ ਮੇਰਾ ਰਾਈਟ ਹੈ, ਮੈਂ ਉਹਨੂੰ ਕੱਢ ਸਕਦਾ, ਤੇ ਉਹ ਆਪਣੀ ਐਪਲੀਕੇਸ਼ਨ ਸਾਂਭੇਗਾ, ਅਸੀਂ ਸੁਣਾਂਗੇ ਵੀ ਨਹੀਂ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਬਾਰੇ ਦੱਸੋ, ਦੂਜੇ ਦੀ ਕਮੀਆਂ ਨਾ ਦੱਸੋ, ਆਪਣੇ ਬਾਰੇ ਦੱਸੋ ਤੁਸੀਂ ਕੀ ਬੈਟਰ ਦੇ ਰਹੇ ਹੋ। ਬਿਲਕੁਲ, ਆਪਾਂ ਇਹ ਕਰਨਾ ਹੈਗਾ ਕਿ ਕੋਈ ਵੀ ਤੁਸੀਂ ਕਲਾਇੰਟ ਹੈ, ਕਿਸੇ ਕੋਲ ਕੋਈ ਪ੍ਰੋਡਕਟ ਹੋ ਸਕਦਾ ਵਧੀਆ ਵਾਲਾ, ਕੋਈ ਸਰਵਿਸ ਹੋ ਸਕਦੀ ਹੈ ਵਧੀਆ ਵਾਲੀ, ਤੁਸੀਂ ਆਪਣੀ ਦੱਸੋ। ਤੇ ਜੇ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਆਪਾਂ ਦੂਜੇ ਦੇ ਕੀ ਦੱਸ ਰਹੇ ਹੈਗੇ। ਮੈਂ ਆਪਣੀ ਗੱਲ ਵਿੱਚ ਪਾ ਲੈਣਾ। ਜੇ ਮੰਨ ਲਓ ਮੇਰੇ ਬਾਰੇ ਕੋਈ ਦੱਸ ਰਿਹਾ ਤਾਂ ਮੈਨੂੰ ਫਰਕ ਨਹੀਂ ਪੈਂਦਾ, ਬਟ ਇਹ ਦੁੱਖ ਹੁੰਦੇ ਯਾਰ ਵੀ ਤੂੰ ਕੇਸ ਲੈਣਾ ਇੱਦਾਂ ਹੀ ਲੈ ਲੈ, ਵੀ ਇਹ ਗਲਤ ਚੀਜ਼ਾਂ ਸੱਚ ਕਰਕੇ ਕੀ ਹੈ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਵੀਕ ਬੰਦਾ ਹੋਏਗਾ ਉਹਦੇ ਬਾਰੇ ਕੋਈ ਦੂਜਾ ਬੋਲ ਰਿਹਾ ਹੈ, ਉਹ ਦੂਜਾ ਕੀ ਬੋਲ ਰਿਹਾ ਆਪਾਂ ਨੂੰ ਵੀ ਨਹੀਂ ਪਤਾ। ਆਪਾਂ ਕਿੰਨੀ ਝੂਠ ਸੱਚ ਗੱਲਾਂ ਦਾ ਕੇ ਉਹਦਾ ਨੈਗੇਟਿਵ ਇੰਪੈਕਟ ਬਣਾਉਂਦੇ ਆ, ਤੇ ਕੱਲ ਨੂੰ ਤੁਹਾਨੂੰ ਕੋਈ ਦੂਜਾ ਬਖਸ਼ ਦੇਗਾ। ਤਾਂ ਇੱਕ ਪ੍ਰਥਾ ਚੱਲ ਰਹੀ ਹੈ, ਉਹਨੂੰ ਰੋਕਣਾ ਹੀ ਰੋਕਣਾ ਹੈ। ਠੀਕ ਹੈ। ਹੋਰ ਜੀ ਤਾਂ ਇੱਕ ਮੈਂ ਉਹ ਹੋਇਆ ਸੀਗਾ ਕਿ ਆਪਾਂ ਜਿਹੜੇ ਪ੍ਰਾਈਸਿਸ ਨੇ ਉਹਦੇ ਵਾਸਤੇ, ਜਿਵੇਂ ਹਰ ਕਿਸੇ ਦਾ ਰੇਟ ਹੈਗਾ, ਜੇ ਤਾਂ ਤੁਸੀਂ ਕੋਈ ਐਕਸਟਰਾ ਸਰਵਿਸ ਦੇ ਰਹੇ ਹੋ ਤਾਂ ਉਹਦਾ ਰੇਟ ਤੁਹਾਡਾ ਆਪ ਦਾ ਹੈਗਾ, ਸਾਡਾ ਉਸ 'ਚ ਕੋਈ ਨਹੀਂ ਹੈਗਾ। ਬਟ ਜੇ ਆਪਾਂ ਪ੍ਰੋਸੈਸਿੰਗ ਫੀਸ ਦੀ ਗੱਲ ਕਰੀਏ, ਇਹ ਮੈਂ ਸਾਰੀ ਆਪਣੇ ਰਾਜਪੁਰਾ ਦੇ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਉਹਨਾਂ ਦੇ ਸੁਝਾਵਾਂ ਨਾਲ ਹੀ ਕਰਾਂਗਾ ਕਿ ਤੁਸੀਂ ਆਪਣਾ ਕੀ ਰੇਟ ਰੱਖਣਾ ਚਾਹੁੰਦੇ ਹੋ, ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ, ਇੱਕ ਰੇਟ ਪ੍ਰਾਈਸ ਹੋ ਜੇ। ਇਹ ਮੈਂ ਸਾਰਿਆਂ ਦੇ ਸਹਿਮਤੀ ਨਾਲ ਹੀ ਕਰਾਂਗਾ, ਇਹ ਕੋਈ ਮੇਰਾ ਇਕੱਲੇ ਦਾ ਰਾਈਟ ਨਹੀਂ, ਸਾਰਿਆਂ ਦਾ ਹੀ ਰੇਟ ਹੈ, ਕਿਉਂਕਿ ਹਰੇਕ ਕਿਸ ਦਾ ਆਪਣਾ ਬਿਜ਼ਨਸ ਹੈ। ਦੀਪਕ ਜੀ ਰੇਟ ਕਿੱਦਾਂ ਹੋ ਜਾਏਗਾ? ਤੁਸੀਂ ਮੇਰੀ ਗੱਲ ਨੂੰ ਸਮਝੋ ਕਿ ਵੀ ਹੁਣ ਇੱਕ ਕਾਲਜ ਹੈ, ਇੱਕ ਕਾਲਜ ਫੀਸ ਲੈ ਰਿਹਾ ਇੰਨੀ, ਦੂਜਾ ਲੈ ਰਿਹਾ ਇੰਨੀ। ਇਹ ਮੈਂ ਕਹਿਣ ਵਾਲਾ ਸੀਗਾ। ਹੁਣ ਦੇਖੋ
ਕੋਈ ਬੰਦਾ 5-7 ਹਜ਼ਾਰ ਰੁਪਏ ਕਿਰਾਏ ਤੇ ਬੈਠ ਕੇ ਕੰਮ ਕਰ ਰਿਹਾ ਤੇ ਮੈਂ ਕਿਰਾਏ ਵਾਲਿਆਂ ਵਾਸਤੇ ਵੀ ਗੱਲ ਦੱਸਣਾ ਚਾਹਾਂਗਾ। ਕੋਈ ਬੰਦਾ ਕਿਰਾਏ ਦੇ ਆਫਿਸ ਤੇ ਛੋਟੇ ਆਫਿਸ ਕੰਮ ਕਰ ਰਿਹਾ, ਉਹਦਾ ਕੋਈ ਖਰਚਾ ਨਹੀਂ। ਇੱਕ ਦੋ ਬੰਦੇ ਨੇ, ਇੱਕ ਬੰਦਾ ਬੈਠਿਆ 50-100 ਦੀ ਸਟਾਫ ਲੈ ਕੇ, ਉਹਦਾ ਖਰਚਾ ਵੱਧਦਾ ਹੈ, ਉਹਦੀ ਉਸ ਦਿਨ ਸਿਰ ਖਪਾਈ ਵੱਧਦਾ, ਤਾਂ ਆਪਾਂ ਕਿਵੇਂ ਪ੍ਰਾਈਸ ਡਿਸਾਈਡ ਕਰ ਲਾਂਗੇ? ਤਾਂ ਇਹਦੇ ਵਾਸਤੇ ਉਹਦੇ ਕੋਲ ਫਾਈਲਾਂ ਵੀ ਤਾਂ ਜ਼ਿਆਦਾ ਹੋਣਗੀਆਂ ਨਾ, ਬਿਲਕੁਲ ਆਫਿਸ, ਬਿਲਕੁਲ ਵੀ ਉਸ ਚ ਰੇਟ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਦੇਖੋ ਇਹਦੇ ਵਿੱਚ ਕੀ ਹੈ, ਕਿਸੇ ਦਾ ਇੱਕ ਬੰਦੇ ਨੇ ਇਨਵੈਸਟਮੈਂਟ ਕੀਤੀ ਹੈ, ਜੇ ਅਗਲਾ ਉਸ ਚੀਜ਼ ਨੂੰ ਮੈਨੂੰ ਦੱਸ ਰਿਹਾ ਜੀ ਕਿ ਮੇਰੀ ਇਹ ਮਜਬੂਰੀ ਹੈ, ਇਸ ਕਾਰਨ ਤੋਂ ਮੈਂ ਰੇਟ ਘੱਟ ਨਹੀਂ ਕਰ ਸਕਦਾ, ਤਾਂ ਮੈਂ ਉਸ ਦਾ ਰਾਈਟ ਦੇ ਰਿਹਾ ਉਹਨੂੰ। ਮੈਂ ਜੇ ਪ੍ਰਧਾਨ ਬਣਿਆ ਕਿਸੇ ਨੂੰ ਦੱਬਣ ਵਾਸਤੇ ਨਹੀਂ ਬਣਿਆ, ਮੈਂ ਪ੍ਰਧਾਨ ਬਣਿਆ ਇਸ ਚੀਜ਼ ਨੂੰ ਠੀਕ ਕਰਨ ਵਾਸਤੇ, ਤੇ ਇਹ ਮੈਂ ਪੱਕਾ ਹੀ ਕਰਾਂਗਾ, ਇਹ ਮੇਰਾ ਵਾਅਦਾ ਰਿਹਾ। ਤੇ ਕੋਈ ਵੀ ਕਲਾਇੰਟਸ, ਮੰਨ ਲਓ ਕਿਸੇ ਨੂੰ ਪ੍ਰੋਬਲਮ ਹੈ ਕਿ ਕਈ ਕਿਸੇ ਦਾ ਕੋਈ ਨਹੀਂ ਪਤਾ ਬਈ ਮੇਰੇ ਵਾਸਤੇ ਵੀ ਹੋਵੇ, ਤਾਂ ਮੇਰੇ ਕੋਲ ਤੁਸੀਂ ਆ ਕੇ ਦੱਸ ਸਕਦੇ ਹੋ, ਕੋਈ ਮੈਂ ਤੁਹਾਨੂੰ ਰੋਕ ਟੋਕ ਨਹੀਂ ਲਾ ਰਿਹਾ। ਜੇ ਮੈਂ ਪ੍ਰਧਾਨ ਬਣ ਗਿਆ, ਤੁਹਾਡੇ ਵਾਸਤੇ ਵੀ ਓਪਨ ਹੈ ਤੇ ਸਾਰੇ ਰਾਜਪੁਰੇ ਵਾਸਤੇ ਓਪਨ ਹੈ। ਮੈਂ ਮਿਲਣ ਦਾ ਇੱਕ ਟਾਈਮ ਫਿਕਸ ਕਰ ਰਿਹਾ, ਕੋਈ ਵੀ ਤੁਹਾਡੀ ਕੰਪਲੇਂਟਸ ਤੋਂ ਆਪਣੀ ਐਪਲੀਕੇਸ਼ਨ ਦੇ ਕੇ ਜਾਓ, ਉਹ ਐਪਲੀਕੇਸ਼ਨ ਤੇ ਅਸੀਂ ਦੇਖਾਂਗੇ ਕੀ ਕਰਨਾ ਹੈ, ਕਮੇਟੀ ਬੈਠ ਕੇ ਡਿਸਾਈਡ ਕਰੇਗੀ ਤੇ ਤੁਹਾਨੂੰ 24 ਤੋਂ 48 ਘੰਟੇ ਵਿੱਚ ਅਸੀਂ ਡਿਸੀਜਨ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਪੈਸੇ ਫਸੇ ਹੋਏ ਨੇ ਉਸ ਦੇ ਬਾਰੇ ਚਰਚਾ ਕਰਾਂਗੇ, ਜੇ ਤੁਹਾਡਾ ਕੋਈ ਡੁਪਲੀਕੇਸੀ ਹੈ ਉਹਦੇ ਬਾਰੇ ਚਰਚਾ ਕਰਾਂਗੇ, ਤੇ ਹਰ ਚੀਜ਼ ਬਾਰੇ ਚਰਚਾ ਕਰਾਂਗੇ ਕਿਸ ਤਰੀਕੇ ਨਾਲ ਤੁਹਾਡਾ ਭਲਾ ਹੋ ਸਕਦਾ ਹੈ। ਬਟ ਮੈਂ ਇਹ ਜ਼ਰੂਰ ਕਹਿਣਾ, ਕਿਸ ਦੀ ਝੂਠੀ ਐਪਲੀਕੇਸ਼ਨ ਹੈ ਤਾਂ ਸਾਡੇ ਕੋਲ ਕਲੈਰਿਟੀ ਪਤਾ ਲੱਗ ਜੂਗੀ, ਤੇ ਅਸੀਂ ਇਮੀਗ੍ਰੇਸ਼ਨ ਵਾਲੇ ਭਾਈਆਂ ਨੂੰ ਵੀ ਕਹਿਣਾ ਚਾਹਾਂਗੇ ਕਿ ਅਸੀਂ ਤੁਹਾਡੇ ਭਲੇ 'ਚ ਹੀ ਹਾਂ, ਤੁਹਾਡੇ ਕੋਈ ਬੁਰੇ 'ਚ ਨਹੀਂ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਵੀ ਕੋਈ ਜਾਤੀ ਨਾ ਹੋ। ਕਲਾਇੰਟਾਂ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ, ਕਲਾਇੰਟ ਦੇ ਵਿੱਚ ਇਵੇਂ ਕਹਿਣਾ ਚਾਹਾਂਗਾ ਕਿ ਮੰਨ ਲਓ, ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਸੀ ਪ੍ਰਦੀਪ ਜੀ, ਨੰਬਰ 1 ਦੇ ਬੋਰਡਸ ਬਹੁਤ ਲੱਗੇ ਹੋਏ ਰਾਜਪੁਰੇ ਦੇ ਵਿੱਚ, ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ। ਹੁਣ ਇੱਕ ਮੈਨੂੰ ਦੱਸੋ, 2 ਕੰਪਨੀਆਂ ਕਿਵੇਂ ਨੰਬਰ 1 ਹੋ ਸਕਦੀਆਂ? ਹੁਣ ਉਹ ਕਹਿੰਦੇ ਨੇ ਅਸੀਂ ਨੰਬਰ 1 ਹੈ, ਦੂਜਾ ਕਹਿੰਦਾ ਪਹਿਲਾ ਨੰਬਰ 1 ਹੈ। ਤਾਂ ਇਸ ਦੇ ਵਾਸਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਨੰਬਰ 1 ਲਿਖਣਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਮੈਂ ਨਿਊਜ਼ ਚੈਨਲ 'ਚ ਇੱਕ ਲਾਈਵ ਡਿਬੇਟ ਰੱਖ ਦਿੰਦਾ ਇੰਗਲਿਸ਼ ਦੀ, ਉਸ ਤੋਂ ਬਾਅਦ ਤੁਸੀਂ ਆਪਣਾ ਨੰਬਰ 1 ਲਿਖੋ। ਮੇਰੀ ਜਿਹੜੀ ਚਰਚਾ ਹੋਈ ਸੀਗੀ ਐਮਐਲਏ ਸਾਹਿਬ ਨਾਲ ਕਿ ਕਈ ਲੋਕਾਂ ਦੀ ਇਹ ਪਰੇਸ਼ਾਨੀ ਹੈਗੀ ਹੈ ਕਿ ਉਹ ਕਹਿੰਦੇ ਨਹੀਂ ਅਸੀਂ ਨੰਬਰ 1 ਨਹੀਂ ਲਿਖ ਪਾ ਰਹੇ, ਕਿਉਂਕਿ ਇਹ ਨੰਬਰ 1 ਲਿਖੀ ਬੈਠੇ ਨੇ, ਇਹ ਕਹਿੰਦੇ ਅਸੀਂ ਨੰਬਰ 1 ਹੈ। ਤਾਂ ਮੈਂ ਉਹਨਾਂ ਸਾਰਿਆਂ ਨੂੰ, ਚਾਹੇ ਮੇਰੇ ਛੋਟੇ ਭਰਾ ਨੇ ਚਾਹੇ ਮੇਰੇ ਵੱਡੇ ਭਰਾ ਨੇ, ਉਹ ਵੱਡੇ ਕਿਹੜੇ ਨੇ ਜੋ ਵੀ ਨੇ, ਵੱਡਾ ਕੌਣ ਹੈ ਕੌਣ ਨਹੀਂ ਉਹ ਬਾਅਦ 'ਚ ਡਿਸਾਈਡ ਹੋਏਗਾ, ਬਟ ਇਸ ਚੀਜ਼ ਨੂੰ ਜ਼ਰੂਰ ਹੈ ਕਿ ਆਪਾਂ ਨਿਊਜ਼ ਚੈਨਲ 'ਤੇ ਲਾਈਵ ਡਿਬੇਟ ਰੱਖਾਂਗੇ ਇੰਗਲਿਸ਼ ਦੇ ਵਿੱਚ। ਤੇ ਮੈਨੂੰ ਓਨਰ ਚਾਹੀਦੇ ਨੇ ਜਿਹੜੇ ਆਪਣੇ ਟਿਊਟਰ ਨੂੰ ਦੱਸਦੇ ਨੇ ਕਿਸ ਤਰ੍ਹਾਂ ਨਾਲ ਇੰਗਲਿਸ਼ ਪੜ੍ਹਾਉਣੀ ਹੈ, ਭਾਵੇਂ ਉਹ ਆਇਲਸ ਹੋਵੇ, ਭਾਵੇਂ ਉਹ ਪੀਟੀ ਹੋਵੇ, ਭਾਵੇਂ ਇੰਗਲਿਸ਼ ਸਪੋਕਨ ਕਲਾਸਿਸ ਹੋਣ, ਤਾਂ ਪਾਕੇ ਕੋਈ ਸੈਲਫ ਪਿਕ ਵੀ ਹੋਵੇ, ਤਾਂ ਮੈਨੂੰ ਉਹਨਾਂ ਦੀ ਇੰਗਲਿਸ਼ ਚੈੱਕ ਕਰਨੀ ਹੈ ਤੇ ਉਹ ਨੰਬਰ 1 ਲਿਖ ਸਕਦੇ ਆ ਨਹੀਂ, ਉਹ ਮੈਂ ਦੱਸ ਦਾਂਗਾ ਉਹਨਾਂ ਨੂੰ। ਤੇ ਉਹ ਤਾਂ ਤੁਸੀਂ ਵੀ ਚੈੱਕ ਕਰ ਲਓਗੇ, ਜਿਹੜਾ ਇੰਗਲਿਸ਼ ਬੋਲ ਰਿਹਾ ਤੁਹਾਨੂੰ ਇੰਗਲਿਸ਼ ਆਉਂਦੀ ਹੈ, ਜਿਹਨੂੰ ਨਹੀਂ ਆਉਂਦੀ ਤਾਂ ਆਪਾਂ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ, ਤੇ ਮੈਂ ਕਲੈਰਿਟੀ ਬਹੁਤ ਜਲਦੀ ਨਿਊਜ਼ ਚੈਨਲ ਤੇ ਕਰਾ ਦਾਂਗਾ ਬਸ। ਤੇ ਇਹ ਸੀਗੇ ਸਾਡੇ ਨਾਲ ਦੀਪਕ ਯੋਗੇਸ਼ਵਰ ਸੀ, ਜਿਹੜੇ ਇਮੀਗ੍ਰੇਸ਼ਨ, ਇਹਨਾਂ ਨੇ ਇਮੀਗ੍ਰੇਸ਼ਨ ਦੀ ਸੰਸਥਾ ਬਣਾਈ ਹੈ ਤੇ ਉਹਦੇ ਇਹ ਪ੍ਰਧਾਨ ਬਣੇ ਹੈ। ਤੇ ਬਾਕੀ ਗੱਲਾਂ ਸਾਰੀਆਂ ਸਹੀ ਹੈ ਕਿ ਵੀ ਨੰਬਰ 1 ਲਿਖ ਦਿੰਦੇ ਆ, ਕਲਾਇੰਟ ਜਿਹੜਾ ਹੈਗਾ ਉਹ ਕਨਫਿਊਜ਼ ਹੋ ਜਾਂਦਾ ਹੈ ਕਿ ਆਖਿਰ ਛੋਟਾ ਜਿਹਾ ਸ਼ਹਿਰ ਹੈ, ਜਗ੍ਹਾ ਜਗ੍ਹਾ ਮਤਲਬ ਹਰ ਇੱਕ ਹੀ ਨੰਬਰ 1 ਹੈ। ਇਹ ਗੱਲ ਇਹਨਾਂ ਦੀ ਸਹੀ ਹੈ। ਇਹਨਾਂ ਦੀ ਗੱਲ ਇਹ ਵੀ ਸਹੀ ਹੈ ਕਿ ਵੀ ਕਿਤੇ ਸਟਾਫ ਲੱਗਿਆ ਹੁੰਦਾ ਹੈ, ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਉਹ ਮਿਹਨਤ ਕਰਦਾ ਹੈ, ਉਹਨੂੰ ਸਿਖਾਉਂਦਾ ਹੈ, ਤੇ ਉਹਨੂੰ ਸਿਖਾਉਣ ਤੋਂ ਬਾਅਦ ਇੰਨੀ ਟ੍ਰੇਨਿੰਗ ਦਿੰਦਾ, ਜਦ ਉਹ ਟ੍ਰੇਨਡ ਹੋ ਜਾਂਦਾ ਫਿਰ ਦੂਜੇ ਵਾਲਾ ਆ ਕੇ ਉਹਨੂੰ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਦੇ ਕੇ ਉਹਨੂੰ ਲੈ ਜਾਂਦੇ ਆ। ਠੀਕ ਹੈ, ਇਹ ਤਾਂ ਸੀਗੇ ਮਤਲਬ ਇਹਨਾਂ ਦੇ ਮਤਲਬ ਇਮੀਗ੍ਰੇਸ਼ਨ ਦੇ ਜਿਹੜੇ ਸਵਾਲ। ਤੇ ਆਪਣਾ ਕਲਾਇੰਟਾਂ ਦਾ ਵੀ ਇਹਨਾਂ ਨੇ ਦੱਸਿਆ ਕਿ ਵੀ ਕਲਾਇੰਟਾਂ ਲਈ ਵੀ ਮਤਲਬ ਇੱਕ ਟਾਈਮ ਦੇ ਦੇਣਗੇ ਕਿ ਵੀ ਕਿਸੇ ਕਲਾਇੰਟ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਆ ਕੇ ਇਹਨਾਂ ਨਾਲ ਮਿਲ ਸਕਦਾ ਹੈ, ਤੇ ਅਸੀਂ 24 ਤੋਂ 48 ਘੰਟੇ ਦੇ ਵਿੱਚ ਉਹਦਾ ਸਮਾਧਾਨ ਵੀ ਕਰਾਂਗੇ। ਬਾਕੀ ਇਹ ਵੀ ਗੱਲ ਸਹੀ ਹੈ। ਠੀਕ ਹੈ, ਤੇ ਉਹ ਮੈਂ ਥੱਲੇ ਲਿਖ ਦਾਂਗਾ, ਠੀਕ ਹੈ। ਤੇ ਇੱਕ ਜਿਹੜਾ ਮੇਰਾ ਸਵਾਲ ਸੀਗਾ ਕਿ ਜੇ ਸੰਸਥਾ ਬਣਾਉਣੀ ਸੀਗੀ ਤਾਂ ਉਹ ਸੰਸਥਾ ਇਹ ਆਪਸ 'ਚ ਮਿਲ ਕੇ ਵੀ ਬਣਾ ਸਕਦੇ ਸੀ, ਇਸ 'ਚ ਰਾਜਨੀਤੀ ਆਉਣ ਦੀ ਕਿਹੜੀ ਨੌਬਤ ਪਈ ਸੀ? ਕਿਉਂ ਇਹਨਾਂ ਨੇ ਕਿਹਾ ਕਿ ਵੀ ਪੂਰੇ ਪੰਜਾਬ 'ਚ ਬਣਨੀ ਹੈ, ਤੇ ਭਗਵੰਤ ਮਾਨ ਜੀ ਨੇ ਡਿਊਟੀ ਲਾਈ ਹੈ ਕਿ ਸਾਰੀ ਪੰਜਾਬ 'ਚ ਇਹ ਸੰਸਥਾ ਬਣਾਓ, ਕਿਉਂਕਿ ਘੁਟਾਲੇਬਾਜ਼ੀ ਜ਼ਿਆਦਾ ਹੁੰਦੀ ਹੈ ਇਸ ਕੰਮ 'ਚ। ਹੁਣ ਮੇਰਾ ਮਤਲਬ ਜਿਹੜਾ ਮੇਨ ਜਿਹੜਾ ਸਵਾਲ ਹੈ ਉਹ ਇਹ ਹੈਗਾ ਕਿ ਕੱਲ੍ਹ ਨੂੰ ਜੇ ਰਿਕਸ਼ਾ ਰੇਹੜੀ ਵਾਲਿਆਂ ਦੀ ਸੰਸਥਾ ਬਣਦੀ ਹੈ, ਉੱਥੇ ਵੀ ਐਮਐਲਏ ਸਾਹਿਬ ਜਾਣਗੇ, ਜਾਂ ਕੋਈ ਕਿਸੇ ਹੋਰ ਨਾਈ ਜੇ ਸੰਸਥਾ ਬਣਾਉਂਦੇ ਆ ਉੱਥੇ ਵੀ ਐਮਐਲਏ ਸਾਹਿਬ ਜਾਣਗੇ, ਕਿਤੇ ਕਿਤੇ ਜਾਣਗੇ। ਉਹਨਾਂ ਨੂੰ ਹੋਰ ਵੀ ਬਹੁਤ ਕੰਮ ਹੈ, ਉਹਨਾਂ ਨੂੰ ਅਸੀਂ ਡਿਵੈਲਪਮੈਂਟ ਲਈ ਚੁਣਿਆ ਹੈ, ਉਹਨਾਂ ਨੂੰ ਡਿਵੈਲਪਮੈਂਟ ਕਰਨ ਤੋਂ ਕਿ ਵੀ ਇਹੋ ਜਿਹੀ ਜਗ੍ਹਾ 'ਤੇ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਨੂੰ ਆਉਣਾ ਚਾਹੀਦਾ ਜਾਂ ਉਹਨਾਂ ਨੂੰ ਵਿੱਚ ਪੈਣਾ ਚਾਹੀਦਾ ਹੈ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕਿਆ ਜਿਹੜੇ ਬਿਜ਼ਨਸ ਹੈ ਉਸ 'ਚ ਰਾਜਨੀਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਇਹ ਅੱਜ ਦਾ ਮੇਰਾ ਸਵਾਲ ਹੈ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ।
ਤੇ ਬਾਕੀ ਅਗਲੀ ਨਿਊਜ਼ 'ਚ ਤੁਹਾਨੂੰ ਫੇਰ ਮਿਲਾਂਗੇ।